ਹੈਲੋ ਫਰੈਂਡਸ, ਵੈਲਕਮ ਬੈਕ। ਤੁਹਾਡਾ ਸਵਾਗਤ ਹੈ ਸਾਡੀ ਅੱਜ ਦੀ ਕਲਾਸ ਦੀ ਸੈਸ਼ਨ ਦੇ ਵਿੱਚ। ਮੈਂ ਕ੍ਰਿਸ਼ਨ ਯਾਦਵ ਤੁਹਾਡਾ ਯਦੂ ਐਜੂਕੇਸ਼ਨ ਪਲੇਟਫਾਰਮ ਤੇ ਸਵਾਗਤ ਕਰਦਾ ਹਾਂ। ਅੱਜ ਦੀ ਜਿਹੜੀ ਕਲਾਸ ਹੈ ਆਪਣੀ ਕਾਫੀ ਇੰਪੋਰਟੈਂਟ ਕਲਾਸ ਹੈ ਇਹ। ਇਹਦੇ ਵਿੱਚ ਅਸੀਂ ਡਿਸਕਸ ਕਰਾਂਗੇ ਅੱਜ ਪੀਐਸ ਟੈਟ ਪੇਪਰ ਜੂਨ 2013 ਦਾ ਜਿਹੜਾ ਪੇਪਰ ਸੀਗਾ। 2013 ਦੇ ਵਿੱਚ ਦੋ ਪੇਪਰ ਹੋਏ ਨੇਗੇ, ਇੱਕ ਜੂਨ ਦੇ ਵਿੱਚ ਹੋਇਆ, ਇੱਕ ਦਸੰਬਰ ਦੇ ਵਿੱਚ ਹੋਇਆਗਾ। ਤਾਂ ਅੱਜ ਪਹਿਲਾਂ ਆਪਾਂ ਕਰਾਂਗੇ ਜਿਹੜਾ ਸਾਡਾ ਜੂਨ 2013 ਵਾਲਾ ਪੇਪਰ ਹੈ। ਤਾਂ ਸ਼ੁਰੂ ਕਰਦੇ ਹਾਂ, ਦੇਖਦੇ ਹਾਂ ਫਸਟ ਕੁਐਸਚਨ। ਦੇਖੋ ਕੀ ਕਹਿ ਰਿਹਾ ਹੈਗਾ, ਕਹਿੰਦਾ ਮੱਧਕਾਲੀਨ ਭਾਰਤ ਦੇ ਵਿੱਚ ਇਹਨਾਂ ਵਿੱਚੋਂ ਕਿਹੜੀ ਖਾਣ ਦੀ ਵਸਤੂ ਬਾਰੇ ਭਾਰਤ ਦੇ ਲੋਕ ਨਹੀਂ ਜਾਣਦੇ ਸੀਗੇ। ਠੀਕ ਹੈ, ਤਾਂ ਮੱਧਕਾਲੀਨ ਭਾਰਤ ਦੀ ਗੱਲ ਕਰਦਾ ਇਹ। ਤਾਂ ਇਹਦੇ ਵਿੱਚ ਤੁਹਾਨੂੰ ਪਤਾ ਹੈ ਵੀ ਜਿਹੜੀ ਸਾਡੀ ਯੂਰਪੀ ਕੰਪਨੀਆਂ ਆਈਆਂ ਸੀਗੀਆਂ ਤਾਂ 1498 ਦੇ ਵਿੱਚ ਵਾਸਕੋ ਡੀ ਗਾਮਾ ਇੰਡੀਆ ਆਇਆ ਸੀਗਾ। ਸਾਨੂੰ ਪਤਾ ਹੈ ਵੀ ਜਿਹੜੇ ਪੁਰਤਗਾਲੀ ਸੀਗੇ ਭਾਰਤ ਦੇ ਵਿੱਚ ਕਾਫੀ ਚੀਜ਼ਾਂ ਲੈ ਕੇ ਆਏ ਨੇ, ਜਿਵੇਂ ਆਲੂ, ਠੀਕ ਹੈ, ਕਾਜੂ ਜਾਂ ਪ੍ਰਿੰਟਿੰਗ ਪ੍ਰੈਸ, ਅਮਰੂਦ, ਠੀਕ ਹੈ, ਸਾਰੀ ਚੀਜ਼ਾਂ ਲੈ ਕੇ ਆਏ ਨੇ। ਤਾਂ ਇਹਦਾ ਮਤਲਬ ਕੀ ਹੈ? ਇਹਦਾ ਮਤਲਬ ਇਹ ਹੈ ਵੀ ਕਿਹੜੀ ਖਾਣ ਦੀ ਵਸਤੂ ਬਾਰੇ ਸਾਡੇ ਲੋਕ ਨਹੀਂ ਜਾਣਦੇ ਸੀਗੇ। ਤਾਂ ਅਸੀਂ ਮੱਧਕਾਲੀਨ ਭਾਰਤ ਤੋਂ ਪਹਿਲਾਂ ਆਲੂ ਬਾਰੇ ਨਹੀਂ ਜਾਣਦੇ ਸੀਗੇ। ਇਹਦਾ ਮਤਲਬ ਆਨਸਰ ਕੀ ਆਜੂ ਸਾਡਾ ਜੀ? ਫਸਟ ਆਨਸਰ ਆ ਜੂਗਾ। ਠੀਕ ਹੈ ਜੀ, ਕਿਉਂਕਿ ਪੁਰਤਗਾਲੀ ਲੈ ਕੇ ਆਏ ਉਸ ਤੋਂ ਬਾਅਦ ਭਾਰਤ ਦੇ ਵਿੱਚ ਆਲੂ ਦੀ ਖੇਤੀ ਜਿਹੜੀ ਉਹ ਹੋਣ ਲੱਗੀ ਹੈ। ਅਗਲਾ ਕੁਐਸਚਨ ਦੇਖਦੇ ਹਾਂ ਜੀ, ਕਰਮਵਾਰ ਲਾਉਣੇ ਅਸੀਂ ਇਹਨੂੰ, ਸਹੀ ਕਰਮ ਦੀ ਪਛਾਣ ਕਰਨੀ ਹੈ। ਤੁਹਾਨੂੰ ਪਤਾ ਵੀ ਸਭ ਤੋਂ ਪ੍ਰਾਚੀਨ ਪੁਸਤਕ ਸਾਡੀ ਰਿਗਵੇਦ ਸੀ, ਇਸ ਕਰਕੇ ਸਾਡੇ ਫਸਟ ਆਪਸ਼ਨ ਦਾ ਦਿਖਾਉਂਦੀ ਨੇ, ਸੈਕੰਡ ਥਰਡ ਜਾਂ ਫੋਰਥ ਆਪਸ਼ਨ ਦੇ ਵਿੱਚੋਂ ਇੱਕ ਆਊਗਾ ਸਾਡਾ। ਠੀਕ ਹੈ, ਤਾਂ ਦੇਖਦੇ ਹਾਂ ਬਈ ਕਿਹੜਾ ਇਹਦਾ ਆਨਸਰ ਆਊਗਾ। ਇਹਦੇ ਵਿੱਚ ਸਭ ਤੋਂ ਪਹਿਲਾਂ ਤੁਹਾਨੂੰ ਪਤਾ ਵੀ ਰਿਗਵੇਦ ਸਾਡਾ ਗ੍ਰੰਥ ਹੋਇਆ ਹੈਗਾ। ਰਿਗਵੇਦ ਤੋਂ ਬਾਅਦ ਫਿਰ ਸਾਮਵੇਦ ਹੋਇਆ, ਸਾਮਵੇਦ ਤੋਂ ਬਾਅਦ ਯਜੁਰਵੇਦ ਹੈ, ਯਜੁਰਵੇਦ ਤੋਂ ਬਾਅਦ ਅਥਰਵਵੇਦ ਹੈ। ਇਹਦਾ ਕੰਟੀਨਿਊ ਬਣ ਗਿਆ ਸਾਡਾ ਜੀ ਅਥਰਵਵੇਦ ਹੈ। ਠੀਕ ਹੈ, ਤਾਂ ਆਨਸਰ ਕੀ ਆ ਗਿਆ ਸਾਡਾ ਜੀ? ਆਨਸਰ ਆ ਗਿਆ ਰਿਗਵੇਦ, ਸਾਮਵੇਦ, ਯਜੁਰਵੇਦ ਤੇ ਅਥਰਵੇਦ। ਮਤਲਬ ਇਹ ਨਿਰਮਾਣ ਦੇ ਹਿਸਾਬ ਨਾਲ ਅਸੀਂ ਇਹਦਾ ਸਹੀ ਕ੍ਰਮ ਲਾਉਣਾ ਸੀਗਾ, ਤਾਂ ਇਹਦੇ ਅਕੋਰਡਿੰਗ ਆਨਸਰ ਸਾਡਾ ਕੀ ਬਣ ਗਿਆ? ਥਰਡ ਆਨਸਰ ਬਣ ਗਿਆ। 3 ਨੰਬਰ ਕੁਐਸਚਨ ਦੇਖਦੇ ਹਾਂ। ਕੁਐਸਚਨ ਪੁੱਛਿਆ ਗਿਆ, ਇਹ ਸ਼ਹਿਰ ਪ੍ਰਾਚੀਨ ਭਾਰਤ ਦੇ ਵਿੱਚ ਇੰਪੋਰਟੈਂਟ ਸੀ, ਮਹੱਤਵਪੂਰਨ ਸੀ ਕਿਉਂਕਿ ਉੱਤਰ ਤੋਂ ਦੱਖਣ, ਪੂਰਬ ਤੋਂ ਪੱਛਮ ਵੱਲ ਵਪਾਰ ਦੇ ਸਾਰੇ ਮਹੱਤਵਪੂਰਨ ਰਸਤਿਆਂ ਦੇ ਉੱਪਰ ਸਥਾਪਿਤ ਸੀ। ਇਹ ਵੈਰੀ ਇੰਪੋਰਟੈਂਟ ਸੀ। ਹਿੰਦੂਵਾਦ, ਜੈਨ ਮਤ ਤੇ ਬੁੱਧਿਜ਼ਮ ਦਾ ਇਹ ਕੇਂਦਰ ਰਿਹਾ ਹੈਗਾ। ਕੁਸ਼ਵਾਹਾ ਦੀ ਇਹ ਦੂਸਰੀ ਰਾਜਧਾਨੀ ਰਹੀ ਹੈ। ਇਹ ਕਲਾ ਦਾ ਇੱਕ ਮਹਾਨ ਕੇਂਦਰ ਸੀ। ਠੀਕ ਹੈ, ਮਥੁਰਾ ਕਲਾ ਦੇ ਨਾਮ ਨਾਲ ਵੀ ਜਾਣਿਆ ਜਾਂਦਾ, ਤੁਹਾਨੂੰ ਪਤਾ ਹੈ। ਠੀਕ ਹੈ, ਆਨਸਰ ਤੁਸੀਂ ਸਮਝ ਗਏ ਹੋਵੋਗੇ। ਤਾਂ ਇਹ ਸ਼ਹਿਰ ਕਿਹੜਾ ਸੀ ਬਈ? ਇਹ ਸੀਗਾ ਸਾਡਾ ਮਥੁਰਾ ਸ਼ਹਿਰ। ਠੀਕ ਹੈ ਜੀ, ਆਨਸਰ ਆ ਗਿਆ ਸਾਡਾ ਜੀ 3 ਦਾ ਫਸਟ ਆਨਸਰ। ਨੈਕਸਟ ਹੈ 4th ਨੰਬਰ ਕੁਐਸਚਨ ਦੇਖਦੇ ਹਾਂ। ਕਹਿੰਦਾ ਸ਼ਬਦ ਜ਼ਿਆਰਤ, ਸਿਲਸਿਲਾ, ਖਾਨਕਾ, ਖਾਨਕਾ ਸੀ ਖਾਨਕਾ, ਠੀਕ ਹੈ, ਮਰੀਦ ਨਹੀਂ ਮੁਰੀਦ, ਮੁਰੀਦ ਕਿਸ ਪਰੰਪਰਾ ਦੇ ਨਾਲ ਜੁੜੇ ਹੋਏ ਸ਼ਬਦ ਨੇ? ਠੀਕ ਹੈ ਜੀ, ਤਾਂ ਕਿਹੜੇ ਸ਼ਬਦਾਂ ਜੁੜੇ ਹੋਏ ਨੇ? ਸਾਰੇ ਸ਼ਬਦ ਕਿਹਦੇ ਨਾਲ ਜੁੜੇ ਜਾਂਦੇ ਨੇ ਜਾ ਕੇ? ਸਾਡੇ ਇਹ ਸੂਫੀਜ਼ਮ ਦੇ ਨਾਲ ਜੁੜੇ ਜਾਂਦੇ ਨੇ, ਸੂਫੀਵਾਦ ਦੇ ਨਾਲ ਜੁੜੇ ਜਾਂਦੇ ਨੇ। ਖਾਨਕਾ ਜਿਹੜੇ ਸੂਫੀ ਸੰਤ ਸੀ ਉਹ ਜਿਸ ਜਗ੍ਹਾ ਤੇ ਰਿਹਾ ਕਰਦੇ ਸੀਗੇ, ਜਿਹੜੇ ਉਹਨਾਂ ਦੇ ਭਗਤ ਹੁੰਦੇ ਸੀ ਉਹਨੂੰ ਮੁਰੀਦ ਕਿਹਾ ਜਾਂਦਾ ਸੀਗਾ। ਸਿਲਸਿਲਾ, ਜ਼ਿਆਰਤ ਮਤਲਬ ਭਗਤੀ ਕਰਨਾ। ਸਿਲਸਿਲਾ ਜਿਹੜੇ ਸੀ ਉਹਨਾਂ ਦੇ ਜਿਹੜੇ ਸੂਫੀ ਸਿਲਸਿਲੇ ਸੀਗੇ, ਤੁਹਾਨੂੰ ਪਤਾ 12 ਪ੍ਰਕਾਰ ਦੇ ਸਿਲਸਿਲੇ ਸੂਫੀਆਂ ਦੇ ਵਿੱਚ ਕਾਊਂਟ ਕੀਤੇ ਜਾਂਦੇ ਨੇ, ਗਿਣੇ ਜਾਂਦੇ ਨੇ। ਤਾਂ ਆਨਸਰ ਕੀ ਆ ਗਿਆ ਸਾਡੇ? ਸੂਫੀਵਾਦ ਆ ਗਿਆ। 5th ਨੰਬਰ ਕੁਐਸਚਨ ਦੇਖੋ ਕੀ ਕਹਿੰਦਾ ਹੈਗਾ। 5th ਨੰਬਰ ਕੁਐਸਚਨ ਕਹਿ ਰਿਹਾ, ਕਹਿੰਦਾ ਇਹਨਾਂ ਵਿੱਚੋਂ ਕਿਹੜਾ ਕਥਨ ਭਾਰਤ ਵਿਚਲੇ ਸ਼ਿਕਾਰ ਅਤੇ ਜੰਗਲਾਂ ਦੇ ਕਾਨੂੰਨ ਦੇ ਸੰਦਰਭ ਦੇ ਵਿੱਚ ਸਹੀ ਹੈ? ਠੀਕ ਹੈ, ਬਸਤੀਵਾਦੀ ਸ਼ਾਸਨ ਦੀ ਗੱਲ ਕਰਦਾ, ਅੰਗਰੇਜ਼ਾਂ ਦੇ ਟਾਈਮ ਦੀ ਗੱਲ ਕਰਦਾ ਇਹ। ਇਹਦੇ ਵਿੱਚ ਕੀ ਹੈ? ਬਸਤੀਵਾਦੀ ਸ਼ਾਸਨ ਦੇ ਤਹਿਤ ਜੰਗਲਾਂ ਦੇ ਕਾਨੂੰਨ ਦੇ ਲੋਕਾਂ ਨੂੰ ਸ਼ਿਕਾਰ ਕਰਨ ਦੇ ਰਿਵਾਜ਼ਾਂ ਸੰਬੰਧੀ ਅਧਿਕਾਰ ਪ੍ਰਦਾਨ ਕੀਤੇ ਗਏ। ਠੀਕ ਹੈ, ਉਹ ਤਾਂ ਪਹਿਲੀ ਸ਼ਿਕਾਰ ਵਗੈਰਾ ਤਾਂ ਪਹਿਲੀ ਕਰਿਆ ਕਰਦੀ ਸੀ, ਇਸ ਕਰਕੇ ਆਪਸ਼ਨ ਸਾਡੀ ਨਹੀਂ ਬਣੇਗੀ। ਮੁਗਲ ਅਤੇ ਬਸਤੀਵਾਦੀ ਦੌਰ ਦੇ ਵਿੱਚ ਕਈ ਚਿੱਤਰਕਾਰੀਆਂ ਰਾਜਕੁਮਾਰਾਂ ਅਤੇ ਸਮਰਾਟਾਂ ਨੂੰ ਕਿਸੇ ਜਾਨਵਰ ਨੂੰ ਸ਼ਿਕਾਰ ਹੋਣ ਤੋਂ ਬਚਾਉਂਦੇ ਹੋਏ ਦਿਖਾਈਆਂ ਗਈਆਂ ਸੀਗੀਆਂ। ਠੀਕ ਹੈ ਜੀ, ਸ਼ਿਕਾਰ ਹੋਣ ਤੋਂ ਬਚਾਉਂਦੇ ਹੋਏ ਦਿਖਾਈਆਂ ਨਹੀਂ ਗਈਆਂ ਸੀਗੀਆਂ, ਸ਼ਿਕਾਰ ਤਾਂ ਬਲਕਿ ਉਹ ਕਰਿਆ ਕਰਦੇ ਸੀਗੇ। ਇਸ ਕਰਕੇ ਸਾਡੀ ਸੈਕੰਡ ਆਪਸ਼ਨ ਵੀ ਨਹੀਂ ਬਣੇਗੀ। ਬਸਤੀਵਾਦੀ ਰਾਜ ਦੇ ਦੌਰਾਨ ਸ਼ਿਕਾਰ ਦਾ ਪੱਧਰ ਇਸ ਹੱਦ ਤੱਕ ਥੱਲੇ ਚਲਿਆ ਗਿਆ ਕਿ ਜਾਨਵਰਾਂ ਦੀ ਖਤਰੇ ਵਿੱਚ ਪਈਆਂ ਜਾਤੀਆਂ ਨੇ ਮੁੜ ਆਪਣੀ ਸੰਖਿਆ ਪੂਰੀ ਕਰ ਲਈ ਸੀਗੀ। ਠੀਕ ਹੈ ਜੀ, ਨਹੀਂ ਵੀ ਸ਼ਿਕਾਰ ਵਗੈਰਾ ਘਟੇ ਨਹੀਂ ਸੀ, ਸ਼ਿਕਾਰ ਤਾਂ ਹਰ ਰਿਆਸਤ ਦੇ ਵਿੱਚ ਜਾਂ ਹਰ ਰਾਜ ਦੇ ਦੌਰਾਨ ਹੋਏ ਨੇਗੇ। ਠੀਕ ਹੈ ਜੀ, ਤਾਂ ਇਹਦੇ ਵਿੱਚ ਇਹ ਵੀ ਕੋਈ ਅਥੈਂਟਿਕ ਆਨਸਰ ਇਹਦਾ ਨਹੀਂ ਬਣਦਾ ਹੈਗਾ। 4th ਦੇਖਦੇ ਹਾਂ ਕਿ ਬਣਦਾ ਕਿ ਨਹੀਂ ਬਣਦਾ। ਅੰਗਰੇਜ਼ਾਂ ਨੇ ਜਾਨਵਰਾਂ ਦੀ ਵੱਡੀ ਗਿਣਤੀ ਨੂੰ ਜੰਗਲੀ, ਪੁਰਾਣੇ ਅਤੇ ਪਿਛੜੇ ਹੋਏ ਸਮਾਜ ਦਾ ਚਿੰਨ੍ਹ ਦੇਖਿਆ ਸੀਗਾ। ਠੀਕ ਹੈ ਜੀ, ਅਤੇ ਮੰਨਿਆ ਕਿ ਇਹਨਾਂ ਜਾਨਵਰਾਂ ਨੂੰ ਮਾਰ ਦੇਣ ਨਾਲ ਭਾਰਤ ਦਾ ਜਿਹੜਾ ਭਾਰਤੀ ਹੋ ਜਾਏਗਾ, ਸੱਭਿਆ ਹੋਵੇਗਾ। ਤੇ ਆਨਸਰ ਸਾਡਾ ਕੀ ਬਣਦਾ ਜੀ? 4th ਨੰਬਰ ਸਾਡਾ ਸਹੀ ਬਣਦਾ ਹੀ ਆਊਗਾ ਜੀ ਆਨਸਰ ਇਹਦਾ 4th। ਠੀਕ ਹੈ, 5th ਦਾ 4th ਆ ਗਿਆ ਜੀ। ਅਗਲਾ ਕੁਐਸਚਨ ਦੇਖਦੇ ਹਾਂ, ਇਹਨਾਂ ਵਿੱਚੋਂ ਕਿਹੜੀ ਧਾਰਨਾ ਵਿਜੇਨਗਰ ਦੇ ਨਾਲ ਸੰਬੰਧਿਤ ਨਹੀਂ ਹੈ? ਠੀਕ ਹੈ ਜੀ, ਤਾਂ ਵਿਜੇਨਗਰ ਧਾਰਨਾ ਮਤਲਬ ਇਹਨਾਂ ਧਾਰਨਾਵਾਂ ਵਿੱਚ ਵਿਜੇਨਗਰ ਸਾਮਰਾਜ ਦੇ ਨਾਲ ਸੰਬੰਧਿਤ ਨਹੀਂ ਹੈ। ਤੇ ਇਹਦੇ ਵਿੱਚੋਂ ਅਮਰਨਾਇਕ, ਠੀਕ ਹੈ ਜੀ, ਕੰਸੈਪਟ, ਰਾਇਆ, ਮਹਾਨਵਨੀ ਦਿੱਬਾ, ਨਟਰਾਜ ਦੇ ਰੂਪ ਦੇ ਵਿੱਚ ਸ਼ਿਵ ਦਾ ਜਿਹੜਾ ਵਰਣਨ ਕੀਤਾ ਜਾਂਦਾ ਉਹ ਸਾਡੇ ਨਾਰਥ ਇੰਡੀਆ 'ਚ ਮਿਲਿਆ ਹੈਗਾ। ਤੁਹਾਨੂੰ ਪਤਾ ਵੀ ਹੜੱਪਾ ਦੇ ਦੌਰਾਨ ਸਾਡੀ ਇੱਕ ਮੂਰਤੀ ਪ੍ਰਾਪਤ ਹੋਈ ਹੈ ਨਟਰਾਜ ਸ਼ਿਵ ਦੀ, ਤਾਂ ਇਹਦਾ ਕੰਸੈਪਟ ਵਿਜੇਨਗਰ ਸਾਮਰਾਜ ਦੇ ਨਾਲ ਨਹੀਂ ਮੰਨਿਆ। ਤਾਂ ਸਿੰਪਲ ਕੁਐਸਚਨ ਹੈ ਇਹ, ਨਟਰਾਜ ਸ਼ਿਵ ਦੇ ਰੂਪ ਦੇ ਵਿੱਚ। ਠੀਕ ਹੈ ਜੀ, ਹੰਪੀ 7th ਨੰਬਰ ਕੁਐਸਚਨ ਹੈ ਜੀ, ਹੰਪੀ। ਠੀਕ ਹੈ ਜੀ,
ਸਾਊਥ ਇੰਡੀਆ ਦੇ ਵਿੱਚ। ਇਹਨਾਂ ਵਿੱਚੋਂ ਕਿਹੜਾ ਕਥਨ ਗਲਤ ਹੈ? ਗਲਤ ਪੁੱਛਿਆ ਗਿਆ। ਇਹ ਕ੍ਰਿਸ਼ਨਾ ਤੁੰਗਭਦਰਾ ਬੇਸਿਨ ਦੇ ਵਿੱਚ ਹੈ, ਬਿਲਕੁਲ ਹੈ ਬਈ। ਕਿਸੇ ਗਾਰੇ ਜਾਂ ਜੋੜਨ ਵਾਲੀ ਵਸਤੂ ਦੀ ਵਰਤੋਂ ਇਮਾਰਤਾਂ ਬਣਾਉਣ ਦੇ ਵਿੱਚ ਨਹੀਂ ਕੀਤੀ ਗਈ ਸੀ, ਵੀ ਠੀਕ ਹੈ ਗੱਲ ਇਹ। ਕਰਨਲ ਕੋਲਿਨ ਮੈਕੈਂਜੀ ਵੱਲੋਂ ਇਸ ਦੀ ਤਬਾਹੀ ਉੱਤੇ ਚਾਨਣਾ ਪਾਇਆ ਸੀ, ਮੈਕੈਂਜੀ ਨੇ ਇਹਦੇ ਉੱਪਰ ਚਾਨਣਾ ਪਾਇਆ ਸੀ ਜੀ, ਠੀਕ ਹੈ। ਇਹ ਚਿਸ਼ਤੀਆਂ ਦਾ ਇੱਕ ਮਹੱਤਵਪੂਰਨ ਕੇਂਦਰ ਸੀ, ਚਿਸ਼ਤੀਆਂ ਦਾ ਮਹੱਤਵਪੂਰਨ ਕੇਂਦਰ ਨਹੀਂ ਸੀ ਬਈ ਇਹ, ਠੀਕ ਹੈ ਨੀ। ਚਿਸ਼ਤੀਆਂ ਦੇ ਮਹੱਤਵਪੂਰਨ ਜਿਹੜੇ ਕੇਂਦਰ ਸੀ ਸਾਡੇ ਉਹ ਉੱਤਰੀ ਭਾਰਤ ਦੇ ਵਿੱਚ ਸੀਗੇ, ਇਸ ਕਰਕੇ ਸਾਡਾ ਆਂਸਰ ਆ ਗਿਆ ਜੀ 4th 7 ਨੰਬਰ ਦਾ 4th ਆਂਸਰ ਹੈ। ਸਥਾਈ ਬੰਦੋਬਸਤ ਬਾਰੇ ਕੁਐਸਚਨ ਪੁੱਛਿਆ ਗਿਆ, ਕੀ ਕਹਿ ਰਿਹਾ ਦੇਖੋ, ਸਥਾਈ ਬੰਦੋਬਸਤ ਦੇ ਤਹਿਤ ਜ਼ਿਮੀਂਦਾਰ ਪੈਸੇ ਦਾ ਭੁਗਤਾਨ ਕਿਉਂ ਨਹੀਂ ਕਰ ਸਕੇ? ਸ਼ੁਰੂਆਤ ਵਿੱਚ ਮੰਗਾਂ ਬਹੁਤ ਘੱਟ ਸੀਗੀਆਂ ਤੇ ਬਹੁਤ ਜ਼ਿਆਦਾ ਬਾਅਦ ਦੇ ਵਿੱਚ ਬਹੁਤ ਜ਼ਿਆਦਾ ਵਧ ਗਈਆਂ ਸੀਗੀਆਂ। ਸਥਾਈ ਬੰਦੋਬਸਤ ਨੇ ਸ਼ੁਰੂਆਤ ਵਿੱਚ ਜ਼ਿਮੀਂਦਾਰਾਂ ਦੀ ਕਿਸਾਨਾਂ ਤੋਂ ਕਿਰਾਇਆ ਇਕੱਠਾ ਕਰਨ ਦੀ ਸ਼ਕਤੀ ਨੂੰ ਸੀਮਿਤ ਕਰਤਾ ਸੀਗਾ, ਠੀਕ ਹੈ ਜੀ। ਕਿਉਂ ਨਹੀਂ ਕਰ ਸਕੇ ਸੀਗੇ? ਤਾਂ ਕਿਉਂਕਿ ਸ਼ੁਰੂਆਤ ਦੇ ਵਿੱਚ ਜ਼ਿਮੀਂਦਾਰਾਂ ਦੀ ਕਿਸਾਨਾਂ ਤੋਂ ਕਿਰਾਇਆ ਇਕੱਠਾ ਕਰਨ ਦੀ ਸ਼ਕਤੀ ਨੂੰ ਸੀਮਿਤ ਕਰਤਾ ਸੀ। ਹੁਣ ਜਦੋਂ ਬਹੁਤ ਸਾਰੀਆਂ ਪਾਬੰਦੀਆਂ ਅੰਗਰੇਜ਼ਾਂ ਨੇ ਜ਼ਿਮੀਂਦਾਰਾਂ ਦੇ ਉੱਪਰ ਲਾਤੀਆਂ ਸੀ ਤਾਂ ਉਹ ਉਸ ਤਰੀਕੇ ਨਾਲ, ਜਿਹੜੇ ਤਰੀਕੇ ਨਾਲ ਉਹ ਲਗਾਨ ਪਹਿਲਾਂ ਇਕੱਠਾ ਕਰਿਆ ਕਰਦੇ ਸੀਗੇ, ਉਸ ਤਰੀਕੇ ਨਾਲ ਉਹ ਲਗਾਨ ਕਿਸਾਨਾਂ ਤੋਂ ਇਕੱਠਾ ਨਹੀਂ ਕਰ ਸਕੇ। ਇਸ ਕਰਕੇ ਫਿਰ ਉਹ ਅੱਗੇ ਵੀ ਜਿਹੜਾ ਸੀ ਪੈਸੇ ਦਾ ਭੁਗਤਾਨ ਉਹ ਨਹੀਂ ਕਰ ਸਕੇ, ਤੇ ਇਸ ਕਰਕੇ ਸਾਡਾ ਆਪਸ਼ਨ ਕੀ ਬਣ ਗਿਆ? ਸਾਡਾ ਸੈਕੰਡ ਆਪਸ਼ਨ ਸਾਡਾ ਸਹੀ ਬਣ ਗਿਆ ਇਹਦਾ। 9 ਨੰਬਰ ਕੁਐਸਚਨ ਦੇਖਦੇ ਹਾਂ ਕੀ ਕਹਿੰਦਾ, ਇਹਨਾਂ ਵਿੱਚੋਂ ਕਿਹੜਾ ਸ਼ੰਕਰਾਚਾਰਿਆ ਦੇ ਬਾਰੇ ਸਹੀ ਨਹੀਂ ਹੈ? ਸ਼ੰਕਰਾਚਾਰਿਆ, ਠੀਕ ਹੈ ਜੀ, ਆਦਿ ਗੁਰੂ ਸ਼ੰਕਰਾਚਾਰਿਆ, ਜਿਨ੍ਹਾਂ ਨੇ 4 ਜਿਹੜੇ ਸੀਗੇ ਅਲੱਗ-ਅਲੱਗ ਏਰੀਆ ਦੇ ਵਿੱਚ ਜਿਹੜੇ ਸ਼ਕਤੀਪੀਠ ਦੀ ਸਥਾਪਨਾ ਕੀਤੀ ਸੀਗੀ। ਤਾਂ ਉਹ ਅਦਵੈਤ ਦਾ ਪੱਖ ਪੂਰਦਾ ਸੀ, ਅਦਵੈਤਵਾਦ ਨਾਲ ਸੰਬੰਧ ਰੱਖਦੀ ਸੀ ਬਈ ਇਹ, ਠੀਕ ਹੈ ਬਿਲਕੁਲ। ਇਹ ਬ੍ਰਾਹਮਣ ਅੰਤਿਮ ਸੱਚ ਗੁਣਾਂ ਨਾਲ ਸੀਗਾ, ਤਾਂ ਇਹ ਆਪਸ਼ਨ ਸਾਡੀ ਬਣਦੀ ਨਹੀਂ ਗੱਲ ਇਹ, ਠੀਕ ਹੈ। ਮਤਲਬ ਇਹ ਮੰਨਦੇ ਬ੍ਰਾਹਮਣ ਹੀ ਅੰਤਿਮ ਸੱਚ ਹੈ, ਜਾਂ ਫਿਰ ਇਸ ਤਰ੍ਹਾਂ ਦਾ ਕੋਈ ਕੰਸੈਪਟ ਇਹ। ਸੰਸਾਰਿਕ ਭ੍ਰਮ ਜਾਂ ਮਾਇਆ ਸੀ, ਇਹ ਤਾਂ ਮੰਨਦੇ ਸੀ ਉਹ। ਕੇਰਲਾ ਦੇ ਵਿੱਚ 8ਵੀਂ ਸ਼ਤਾਬਦੀ ਵਿੱਚ ਉਹਨਾਂ ਦਾ ਜਨਮ ਹੋਇਆ ਸੀ। ਤਾਂ 3 ਆਪਸ਼ਨ ਸਾਡੀਆਂ 1st 3rd ਤੇ ਸਾਡੀ ਜਿਹੜੀ 4th ਨੰਬਰ ਆਪਸ਼ਨ ਸਾਡੀ ਸਹੀ ਬਣਦੀ ਹੈ, ਸੈਕੰਡ ਆਪਸ਼ਨ ਸਾਡੀ ਗਲਤ ਬਣਦੀ ਹੈ। ਇਸ ਕਰਕੇ ਆਂਸਰ ਸਾਡਾ ਕੀ ਬਣ ਗਿਆ? ਸਾਡਾ ਸੈਕੰਡ ਬਣ ਗਿਆ ਇਹਦਾ। ਨੈਕਸਟ ਹੈ ਜੀ, ਅਸ਼ੋਕ ਦੇ ਸਮੇਂ ਕਿਹੜੀ ਭਾਸ਼ਾ ਦੇ ਵਿੱਚ ਜਿਹੜੇ ਸੀਗੇ ਇਹਦੇ ਅਭਿਲੇਖ ਸੀ ਉਹ ਨਹੀਂ ਲਿਖੇ ਗਏ ਸੀਗੇ, ਠੀਕ ਹੈ। ਤਾਂ ਪ੍ਰਕਿਰਤ ਭਾਸ਼ਾ ਦੇ ਵਿੱਚ ਸਾਨੂੰ ਪ੍ਰਕਿਰਤ ਲਿਪੀ 'ਚ ਹੀ ਮਿਲਦੇ, ਭਾਸ਼ਾ 'ਚ ਮਿਲਦੇ ਆ ਬਈ ਇਹ, ਠੀਕ ਹੈ। ਸੰਸਕ੍ਰਿਤ ਦੇ ਵਿੱਚ ਨਹੀਂ ਸਾਨੂੰ ਮਿਲਦੇ ਹੈਗੇ। ਇਹ ਤਾਂ ਸਿੰਪਲ ਜਿਹਾ ਕੁਐਸਚਨ ਹੈ। ਅਰਮੇਕ ਲਿਪੀ ਹੈ, ਵੈਸੇ ਭਾਸ਼ਾ ਨਹੀਂ ਹੈਗੀ ਹੈ। ਬ੍ਰਹਮੀ ਵੀ ਲਿਪੀ ਹੈ, ਇੱਥੇ ਭਾਸ਼ਾ ਨਹੀਂ ਹੈਗੀ ਇਹ। ਪਰ ਮਤਲਬ ਕੁਐਸਚਨ ਕੁਐਸਚਨ ਦਾ ਪੈਟਰਨ ਜਿਹੜਾ ਕੋਈ ਬੜਾ ਅਥੈਂਟਿਕ ਨਹੀਂ ਹੈਗਾ, ਪਰ ਆਂਸਰ ਸਾਨੂੰ ਲਾਉਣੀ ਪਊਗਾ ਕੋਈ ਨਾ ਕੋਈ। ਤਾਂ ਇਸ ਕਰਕੇ ਆਪਸ਼ਨ ਸਾਡੀ ਕੀ ਬਣਦੀ ਹੈ ਇਹਦੀ? ਸਾਡੀ ਸੈਕੰਡ ਆਪਸ਼ਨ ਬਣਦੀ ਹੈ ਇਹਦੀ, ਠੀਕ ਹੈ। ਪ੍ਰਕਿਰਤ ਭਾਸ਼ਾ ਹੈ, ਪਰ ਅਰਮਿਕ ਤੇ ਜਿਹੜੀ ਬ੍ਰਹਮੀ ਹੈ ਉਹ ਸਾਡੀ ਕੀ ਇੱਕ ਲਿਪੀਆਂ ਨੇਗੀਆਂ, ਪਰ ਆਂਸਰ ਸਾਡਾ ਸੈਕੰਡ ਬਣ ਗਿਆ ਇਹਦਾ। ਅਗਲਾ ਕੁਐਸਚਨ ਦੇਖਦੇ ਜੀ, 11 ਨੰਬਰ ਕੁਐਸਚਨ ਦੇਖੋ। ਦਇਆਰਾਮ ਸਾਨੀ, ਜਦੋਂ ਦਇਆਰਾਮ ਸਾਨੀ, ਰਾਖਲਦਾਸ ਬੰਦਰਜੀ ਵਗੈਰਾ ਦੇ ਨਾਮ ਆ ਜਾਂਦੇ ਨੇ, ਜੌਨ ਮਾਂਸਲ ਵਗੈਰਾ ਦੇ ਨਾਮ ਆ ਜਾਂਦੇ, ਕਨਿੰਗ ਵਗੈਰਾ ਦਾ ਨਾਮ ਆ ਜਾਂਦਾ ਹੈਗਾ, ਤਾਂ ਸਾਡਾ ਦਿਮਾਗ ਸਿੱਧਾ ਕਿੱਥੇ ਚਲਾ ਜਾਂਦਾ? ਸਾਡਾ ਦਿਮਾਗ ਚਲਾ ਜਾਂਦਾ ਹੜੱਪਾ ਦੇ ਉੱਪਰ। ਤਾਂ ਸਿੱਧਾ ਕੁਐਸਚਨ ਹੈ, ਸਿੰਪਲ ਜਿਹਾ ਕੁਐਸਚਨ ਹੈ ਨਾ। ਦਇਆਰਾਮ ਸਾਨੀ, ਰਾਖਲਦਾਸ ਬੰਦਰਜੀ, ਇਹਨਾਂ ਦਾ ਆਂਸਰ ਕੀ ਆ ਗਿਆ ਸਾਡਾ ਜੀ? ਹੜੱਪਾ ਦੇ ਨਾਲ ਸੰਬੰਧਿਤ ਸੀ ਬਈ ਸਾਰੇ ਇਹ। 1857 ਦਾ ਵਿਦਰੋਹ ਹੋਇਆ ਸੀਗਾ। 1857 ਦੇ ਵਿਦਰੋਹ ਦੇ ਵਿੱਚ ਭਾਰਤੀ ਸਿਪਾਹੀ ਕੰਪਨੀ ਤੋਂ ਅਸੰਤੁਸ਼ਟ ਸੀਗੇ। ਕਿਉਂ ਅਸੰਤੁਸ਼ਟ ਸੀਗੇ? ਉਹਨਾਂ ਦੀ ਆਮਦਨ ਭੱਤੇ ਨੌਕਰੀਆਂ ਦੇ ਹਾਲਾਤਾਂ ਵਿੱਚ ਹੁਣੇ ਹੋਇਆ ਸੀ ਵਾਧਾ, ਠੀਕ ਹੈ ਜੀ। ਵਾਧਾ ਤਾਂ ਹੋਇਆ ਹੀ ਨਹੀਂ ਸੀ ਇਹਨਾਂ ਦਾ। 1956 ਤੋਂ ਹਰ ਨਵੇਂ ਸਿਪਾਹੀ ਨੂੰ ਵਿਦੇਸ਼ ਦੇ ਵਿੱਚ ਕੰਮ ਕਰਨ ਦਾ ਵਿਕਲਪ ਦਿੱਤਾ ਗਿਆ ਸੀ। ਇਹ ਵੀ ਕੋਈ ਉਹ ਨਹੀਂ ਸੀਗੀ, ਵੈਸੇ ਭੇਜਿਆ ਜਾਣਾ ਸੀਗਾ, ਠੀਕ ਹੈ ਜੀ, ਪਰ ਇਹ ਕੋਈ ਜ਼ਿਆਦਾ ਉਹ ਨਹੀਂ ਸੀਗਾ। ਦੇਸ਼ ਦੇ ਕਿਸਾਨਾਂ ਦਾ ਗੁੱਸਾ ਜਲਦੀ ਹੀ ਸਿਪਾਹੀਆਂ ਦੇ ਵਿੱਚ ਫੈਲ ਗਿਆ ਸੀ, ਠੀਕ ਹੈ ਜੀ। ਇਹ ਭਾਵਨਾ ਸੀ ਕਿ ਅੰਗਰੇਜ਼ ਆਪਣੀ ਸਮਾਜਿਕ ਰੀਤੀ ਰਿਵਾਜਾਂ ਦੇ ਪਰੰਪਰਾਗਤ ਜੀਵਨ ਜਾਂਚ ਦਾ ਪ੍ਰਚਾਰ ਕਰ ਰਹੇ ਹਨ, ਠੀਕ ਹੈ ਜੀ। ਇਹ ਵੀ ਨਹੀਂ ਸੀ ਕੋਈ ਪ੍ਰਚਾਰ, ਤਾਂ ਉਹ 1813 ਦਾ ਕਰੀ ਜਾਂਦੇ ਸੀਗੇ, ਜਦੋਂ ਉਹਨਾਂ ਨੇ ਈਸਾਈ ਮਿਸ਼ਨਰੀਆਂ ਨੂੰ ਧਰਮ ਪ੍ਰਚਾਰ ਦੀ ਆਗਿਆ ਪ੍ਰਦਾਨ ਕਰਤੀ ਸੀਗੀ। ਇਹਦਾ ਆਂਸਰ ਆਊਗਾ ਸਾਡਾ 3 ਆਂਸਰ, ਠੀਕ ਹੈ ਜੀ। ਕਿ ਚਲੋ ਉਹ ਤਾਂ ਤਤਕਾਲੀ ਕਾਰਨ ਬਣ ਗਿਆ ਸੀ, ਪਰ ਫਿਰ ਵੀ ਬੇਸਿਕਲੀ ਜਿਹੜਾ ਗੁੱਸਾ ਸੀਗਾ ਉਹ ਆਮ ਲੋਕਾਂ ਦਾ ਗੁੱਸਾ, ਕਿਸਾਨਾਂ ਦਾ ਗੁੱਸਾ ਸੀਗਾ, ਠੀਕ ਹੈ ਨਾ। ਬਾਕੀ ਜਿਹੜੇ ਸਿਪਾਹੀ ਸੀ ਉਹ ਵੀ ਬੇਸਿਕਲੀ ਕਿਸਾਨ ਪਰਿਵਾਰਾਂ ਨੂੰ ਹੀ ਬਿਲੋਂਗ ਕਰਦੇ ਸੀਗੇ, ਤਾਂ ਕਿਸਾਨਾਂ ਦਾ ਜਿਹੜਾ ਗੁੱਸਾ ਸੀ ਉਹ ਸਿਪਾਹੀਆਂ 'ਚ ਫੈਲ ਗਿਆ। ਫਿਰ ਅੰਤਿਮ ਰੂਪ ਦੇ ਵਿੱਚ ਜਿਹੜਾ ਸਾਡਾ ਤਤਕਾਲੀ ਕਾਰਨ ਬਣਦਾ ਉਹ ਗਾਂ ਤੇ ਸੂਰ ਦੀ ਚਰਬੀ ਬਣ ਜਾਂਦਾ ਹੈ, ਠੀਕ ਹੈ। ਅਗਲਾ ਕੁਐਸਚਨ ਦੇਖਦੇ ਹਾਂ ਜੀ ਕੀ ਕਹਿੰਦਾ। 13 ਨੰਬਰ ਕੁਐਸਚਨ ਦੇਖੋ ਜੀ, ਇਹਨਾਂ ਵਿੱਚੋਂ ਤੁਸੀਂ ਕਿਹੜਾ ਨਾਮ ਵੀਰਾਸੈਵਿਜ਼ਮ ਦੇ ਨਾਲ ਨਹੀਂ ਜੋੜੋਗੇ? ਤਾਂ ਇੱਕ ਕੰਸੈਪਟ ਸੀਗਾ ਇਹ ਦੱਖਣੀ ਭਾਰਤ ਦੇ ਵਿੱਚ ਲਗਭਗ 8ਵੀਂ ਸਦੀ ਦੇ ਵਿੱਚ, ਜਿਵੇਂ ਭਗਤੀ ਮੂਵਮੈਂਟ ਦੀ ਆਪਾਂ ਗੱਲ ਕਰਦੇ ਹਾਂ ਤਾਂ ਉਸ ਪ੍ਰਕਾਰ ਇੱਕ ਭਗਤੀ ਮੂਵਮੈਂਟ ਸੀਗੀ, ਇਹਦੀ ਸ਼ੁਰੂਆਤ ਕੀਤੀ ਸੀ ਬਸਾਵਨ ਨੇ। ਇਹਨੂੰ ਬਸਾਵਨ ਵੀਰਾਸੈਵਿਜ਼ਮ ਵੀ ਕਿਹਾ ਜਾਂਦਾ ਹੈਗਾ। ਤਾਂ ਇਸ ਭਗਤੀ ਮੂਵਮੈਂਟ ਦੇ ਨਾਲ ਬਾਅਦ ਵਿੱਚ ਬਹੁਤ ਸਾਰੇ ਹੋਰ ਵੀ ਸੰਤ ਜੁੜੇ ਸੀ। ਤਾਂ ਕਿਹੜੇ ਸੰਤ ਜੁੜੇ ਸੀ ਜਿਹਦੀ ਸ਼ੁਰੂਆਤ ਕੀਤੀ ਸੀ ਬਸਾਵਨ ਨੇ? ਤਾਂ ਬਸਾਵਨ ਵੀ ਇਹਦੇ ਨਾਲ ਜੁੜੇ ਰਹੇ ਨੇ, ਅਲਾਮਾ ਪ੍ਰਭੂ ਵੀ ਇਹਦੇ ਨਾਲ ਜੁੜੇ ਨੇ, ਅੱਕਾ ਮਹਾਦੇਵੀ ਵੀ ਇਹਦੇ ਨਾਲ ਜੁੜੇ ਗਏ ਨੇ। ਸ਼ਿਲਾ ਪਟੀਕਰਮ ਦਾ ਸੰਬੰਧ ਇਹਦੇ ਨਾਲ ਜਿਹੜਾ ਸੀ ਉਹ ਨਹੀਂ ਸੀਗਾ, ਠੀਕ ਹੈ ਨਾ। ਤਾਂ ਇੱਕ ਇਹ ਦੱਖਣੀ ਭਾਰਤ ਦੇ ਵਿੱਚ ਚਲਾਈ ਗਈ ਭਗਤੀ ਮੂਵਮੈਂਟ ਸੀ, ਜਿਹਦੀ ਸ਼ੁਰੂਆਤ ਜਿਹੜੀ ਕੀਤੀ ਸੀ ਬਸਾਵਨ ਨੇ ਕੀਤੀ ਸੀਗੀ, ਤੇ ਉਸ ਤੋਂ ਅਲਾਮਾ ਪ੍ਰਭੂ ਤੇ ਅੱਕਾ ਮਹਾਦੇਵੀ ਵੀ ਇਹਦੇ ਨਾਲ ਜੁੜੇ ਨੇ। ਤਾਂ ਇਸ ਕਰਕੇ ਆਂਸਰ ਸਾਡਾ ਕੀ ਬਣ ਗਿਆ? ਸਾਡਾ ਜੀ 4th ਆਂਸਰ ਬਣ ਗਿਆ ਇਹਦਾ। 14 ਨੰਬਰ ਕੁਐਸਚਨ ਦੇਖਦੇ ਕੀ ਕਹਿੰਦਾ। ਇਹ ਮਸਾਲਾ ਰੋਮਨ ਦੇ ਲੋਕਾਂ ਲਈ ਬਹੁਤ ਕੀਮਤੀ ਸੀ, ਇਹਨੂੰ ਸੋਨੇ ਦੇ ਸਮਾਨ ਰੱਖਿਆ ਸੀ ਉਹਨਾਂ ਨੇ, ਠੀਕ ਹੈ।
ਵਾਸਕੋ ਡੀ ਗਾਮਾ ਜਦੋਂ ਭਾਰਤ ਆਇਆ ਸੀ ਤਾਂ ਇਹ ਭਾਰਤ ਤੋਂ ਬੇਸਿਕਲੀ ਜਿਹੜਾ ਮਸਾਲਾ ਲੈ ਕੇ ਗਿਆ ਸੀ, ਉਹ ਕਿਹੜਾ ਮਸਾਲਾ ਸੀਗਾ? ਉਹ ਸੀ ਕਾਲੀ ਮਿਰਚ। ਠੀਕ ਹੈ ਜੀ। ਇਹਨੇ 60 ਗੁਣਾ ਰੇਟ ਦੇ ਉੱਪਰ ਜਾ ਕੇ ਉਹਨੂੰ ਵੇਚਿਆ ਸੀ। ਜਦੋਂ 1 ਰੁਪਏ ਦੀ ਚੀਜ਼ ਦੇ ਤੁਹਾਨੂੰ 60 ਰੁਪਏ ਮਿਲ ਰਹੇ ਤਾਂ ਫਿਰ ਤੁਹਾਡੇ ਵਾਸਤੇ ਉਹ ਸੋਨੇ ਦੇ ਸਮਾਨ ਹੀ ਹੋਊਗੀ ਚੀਜ਼ ਉਹ। ਤਾਂ ਇਸका ਆਨਸਰ ਕੀ ਆ ਗਿਆ ਸਾਡਾ? ਕਾਲੀ ਮਿਰਚ ਆ ਗਿਆ। ਇਹਨਾਂ ਦਾ ਸੋਨੇ 'ਚ ਮੁਨਾਫਾ ਵੀ ਨਹੀਂ ਹੋਣਾ ਹੈਗਾ ਜਿੰਨਾ ਕਾਲੀ ਮਿਰਚ 'ਚ ਮੁਨਾਫਾ ਹੋਇਆ ਸੀਗਾ। 15 ਨੰਬਰ ਕੁਐਸਚਨ ਦੇਖਦੇ ਕੀ ਕਹਿੰਦਾ ਹੈਗਾ। ਸ਼ਾਸਕ ਦੀ ਪਛਾਣ ਕਰਨੀ ਹੈ। ਇਸਨੇ ਆਪਣੇ ਭਵਿੱਖ ਦੀ ਸ਼ੁਰੂਆਤ ਬਿਹਾਰ ਦੇ ਵਿੱਚ ਕੀਤੀ ਸੀ ਤੇ ਹੁਣ ਬਿਹਾਰ ਦੇ ਵਿੱਚ ਉਹਦੀ ਜਿਹੜੀ ਹੈ ਕਬਰ ਵੀ ਹੈ। ਚਾਚੇ ਦੀ ਜਗੀਰ ਤੋਂ ਕੀਤੀ ਸੀ। ਉਹਨੇ ਮੁਗਲ ਸਮਰਾਟ ਨੂੰ ਹਰਾਤਾ ਸੀ। ਹੁਣ ਮੁਗਲ ਸਮਰਾਟ ਨੂੰ ਦੇਖੋ ਕੌਣ ਕੌਣ ਹਰਾ ਸਕਿਆ ਸੀ ਪਹਿਲਾਂ? ਹਿਮਾਯੂ ਨੂੰ ਹਰਾਤਾ ਸੀ ਇਹਨੇ ਆਪਣਾ ਵੰਸ਼ ਸਥਾਪਿਤ ਕੀਤਾ ਸੀ। ਠੀਕ ਹੈ। ਇਸ ਵੰਸ਼ ਨੇ ਸਿਰਫ 15 ਸਾਲ ਰਾਜ ਕੀਤਾ ਸੀ। 1540 ਤੋਂ ਲੈ ਕੇ 1555 ਤੱਕ ਇਹਨੇ ਰਾਜ ਕੀਤਾ ਸੀ। ਤੇ ਕੌਣ ਸੀ ਬਈ ਇਹ? ਤੁਹਾਨੂੰ ਅੰਦਾਜ਼ਾ ਲੱਗ ਗਿਆ ਹੋਣਾ ਕੌਣ ਸੀ ਬਈ ਇਹ? ਸ਼ੇਰ ਸ਼ਾਹ ਸੂਰੀ। ਭਾਰਤ ਦੇ ਮਹਾਨ ਸ਼ਾਸਕਾਂ ਦੇ ਵਿੱਚੋਂ ਇੱਕ ਮੰਨਿਆ ਜਾਂਦਾ ਸ਼ੇਰ ਸ਼ਾਹ ਸੂਰੀ। 16 ਨੰਬਰ ਕੁਐਸਚਨ ਦੇਖਦੇ ਕਹਿੰਦਾ ਜਦੋਂ ਡਾਕਟਰ BR ਅੰਬੇਦਕਰ ਨੇ ਦਲਿਤਾਂ ਦੇ ਲਈ ਵੱਖਰੇ ਚੋਣ ਮੰਡਲ ਦੀ ਮੰਗ ਕੀਤੀ ਤਾਂ ਗਾਂਧੀ ਨੇ ਮਰਨ ਵਰਤ ਕਿਉਂ ਕੀਤਾ ਸੀ? ਠੀਕ ਹੈ। ਉਹ ਕਹਿੰਦੇ ਵੱਖਰਾ ਜਿਹੜਾ ਚੋਣ ਮੰਡਲ ਹੈ ਸਮਾਜ ਦੇ ਵਿੱਚ ਵੰਡ ਸਿਰਜੇਗਾ। ਵੱਖਰੇ ਚੋਣ ਮੰਡਲ ਦੇ ਨਾਲ ਦਲਿਤ ਸਮਾਜ ਦੇ ਵਿੱਚ ਇੱਜ਼ਤ ਪ੍ਰਾਪਤ ਕਰ ਲੈਣਗੇ। ਵੱਖਰਾ ਚੋਣ ਮੰਡਲ ਜਿਹੜਾ ਸਮਾਜ ਦੇ ਵਿੱਚ ਇੱਕ ਮਿੱਕ ਹੋਣ ਦੀ ਪ੍ਰਕਿਰਿਆ ਨੂੰ ਵੀ ਹੌਲੀ ਕਰ ਦਿੰਦਾ ਹੈ। ਠੀਕ ਹੈ ਜੀ। ਦਲਿਤਾਂ ਦੀ ਹਾਲਤ ਵਿੱਚ ਸੁਧਾਰ ਆ ਜਾਵੇਗਾ। ਠੀਕ ਹੈ ਜੀ। ਮਰਨ ਵਰਤ ਕਿਉਂ ਸ਼ੁਰੂ ਕੀਤਾ ਸੀ? ਕਿਉਂਕਿ ਗਾਂਧੀ ਨੂੰ ਲੱਗਦਾ ਸੀ ਵੀ ਜਿਹੜਾ ਅਲੱਗ ਚੋਣ ਮੰਡਲ ਹੋਵੇਗਾ, ਕੋਈ ਗਾਂਧੀ ਹਿੰਦੂ ਸਮਾਜ ਦਾ ਹੀ ਇੱਕ ਅੰਗ ਮੰਨਦੇ ਸੀ ਦਲਿਤ ਸਮਾਜ ਨੂੰ। ਉਹ ਕਹਿੰਦੇ ਸੀ ਵੀ ਸਮਾਜ ਨੂੰ ਇੱਕ ਮਿੱਕ ਹੋਣ ਦੇ ਵਿੱਚ ਬਰਾਬਰਤਾ ਕਰਨ ਦੇ ਲਈ ਜਿਹੜੀ ਪ੍ਰਕਿਰਿਆ ਚੱਲ ਰਹੀ ਹੈ ਜਾਂ ਪ੍ਰਕਿਰਿਆ ਚੱਲੂਗੀ, ਉਹ ਪ੍ਰਕਿਰਿਆ ਸਲੋ ਹੋ ਸਕਦੀ ਹੈ, ਹੌਲੀ ਹੋ ਸਕਦੀ ਹੈ। ਇਸ ਕਰਕੇ ਗਾਂਧੀ ਨੇ ਕੀ ਕੀਤਾ ਸੀ? ਇਸ ਜਿਹੜਾ ਸਾਡਾ ਵੱਖਰਾ ਚੋਣ ਮੰਡਲ ਸੀਗਾ, ਠੀਕ ਹੈ ਜੀ, ਕਮਿਊਨਲ ਪੈਕਟ ਸੀਗਾ, ਪੂਨਾ ਪੈਕਟ ਸੀ। ਠੀਕ ਹੈ। ਤੁਹਾਨੂੰ ਪਤਾ ਕਮਿਊਨਲ ਅਵਾਰਡ ਸੀ ਜਿਹੜਾ, ਠੀਕ ਹੈ। ਉਹ ਬਾਅਦ ਦੇ ਵਿੱਚ ਪੂਨਾ ਪੈਕਟ ਦੇ ਦੁਆਰਾ ਕੀ ਹੋਇਆ ਸੀਗਾ? ਸੋਲਵ ਕੀਤਾ ਗਿਆ ਸੀ। ਤੇ ਇਸ ਕਰਕੇ ਕਮਿਊਨਲ ਅਵਾਰਡ ਦਾ ਜਿਹੜਾ ਸੀ ਉਹ ਕੀਤਾ ਸੀ ਗਾਂਧੀ ਨੇ ਵਿਰੋਧ ਕੀਤਾ ਸੀ। ਤਾਂ ਆਨਸਰ ਸਾਡਾ ਕੀ ਆ ਗਿਆ ਜੀ? 16 ਦਾ ਆਨਸਰ ਆ ਗਿਆ ਇਹਦਾ। ਅਗਲਾ ਕੁਐਸਚਨ ਦੇਖਦੇ ਹਾਂ ਜੀ। 17 ਨੰਬਰ ਕੁਐਸਚਨ। ਸਖਤ ਸਤਹ ਜਿਵੇਂ ਪੱਥਰ, ਧਾਤ ਜਾਂ ਮਿੱਟੀ ਦੇ ਭਾਂਡਿਆਂ ਉੱਤੇ ਖੋਦ ਕੇ ਲਿਖੀਆਂ ਜਾਣ ਵਾਲੀਆਂ ਲਿਖਤਾਂ ਨੂੰ ਕੀ ਕਹਿੰਦੇ ਨੇ? ਠੀਕ ਹੈ। ਕਈ ਵਾਰੀ ਪੱਥਰਾਂ ਦੇ ਉੱਪਰ ਉਕੇਰਿਆ ਗਏ ਨੇ ਸ਼ਬਦ, ਜਾਂ ਫਿਰ ਤਾਮਰ ਪੱਤਰਾਂ ਦੇ ਉੱਪਰ ਉਕੇਰੇ ਗਏ ਨੇ ਸ਼ਬਦ। ਠੀਕ ਹੈ। ਸਤੰਭਾਂ ਦੇ ਉੱਪਰ ਉਕੇਰੇ ਗਏ ਨੇ, ਮਿੱਟੀ ਦੇ ਭਾਂਡਿਆਂ ਉੱਪਰ ਉਕੇਰੇ ਗਏ ਨੇ, ਤਾਂ ਉਹਨਾਂ ਨੂੰ ਕੀ ਕਿਹਾ ਜਾਂਦਾ ਸੀ? ਉਹਨੂੰ ਕਿਹਾ ਜਾਂਦਾ ਸੀ ਅਭਿਲੇਖ ਕਿਹਾ ਜਾਂਦਾ ਸੀ। ਅਸ਼ੋਕ ਦੇ ਅਭਿਲੇਖ ਜਾਂ ਬਹੁਤ ਸਾਰੇ ਹੋਰ ਅਭਿਲੇਖ ਜਿਹੜੇ ਸੀਗੇ। ਠੀਕ ਹੈ। ਤਾਂ 17 ਦਾ ਕੀ ਆ ਗਿਆ ਸਾਡਾ ਜੀ? 3rd ਨੰਬਰ ਆ ਗਿਆ। ਸ਼ਹਿਰ ਦੀ ਪਛਾਣ ਕਰਨੀ ਹੈ। ਦੇਖਦੇ ਹਾਂ ਸ਼ਹਿਰ ਕਿਹੜਾ ਇਹ। ਮੱਧਕਾਲੀਨ ਭਾਰਤੀ ਦੌਰ ਦੇ ਵਿੱਚ ਇਹ ਪੱਛਮੀ ਵਪਾਰ ਦੀ ਮੰਡੀ ਸੀ। ਪੱਛਮ ਦੇਖੋ, ਹੁਣ ਪੱਛਮ ਦੇ ਵਿੱਚ ਹੀ ਆਊਗਾ ਸਾਰਾ ਸ਼ਹਿਰ ਇਹ। ਇਸ ਸ਼ਹਿਰ ਨੂੰ ਮੱਕਾ ਦਾ ਦਰਵਾਜ਼ਾ ਵੀ ਕਿਹਾ ਜਾਂਦਾ ਸੀ। ਪੁਰਤਗਾਲੀ, ਡੱਚਾਂ ਤੇ ਅੰਗਰੇਜ਼ਾਂ ਦੀ ਫੈਕਟਰੀਆਂ ਇੱਥੇ ਸੀਗੀਆਂ। ਹੁਣ ਅੰਦਾਜ਼ਾ ਤੁਸੀਂ ਲਾ ਹੀ ਲਿਆ ਹੋਣਾ, ਕਿਉਂਕਿ ਪੁਰਤਗਾਲੀ, ਡੱਚ ਤੇ ਅੰਗਰੇਜ਼ਾਂ ਦੀ ਫੈਕਟਰੀ ਪਹਿਲੀ ਸਥਾਪਿਤ ਸੀ ਉਹ ਤਾਂ ਇੱਥੇ ਹੀ ਕੀਤੀਆਂ ਸੀਗੀਆਂ। ਇਸ ਦੇ ਕੱਪੜੇ ਪੂਰੇ ਵਿਸ਼ਵ 'ਚ ਮਸ਼ਹੂਰ ਸੀਗੇ। ਤਾਂ ਕਿਹੜਾ ਸ਼ਹਿਰ ਹੈ ਬਈ? ਅੰਗਰੇਜ਼ਾਂ ਦੀ ਫੈਕਟਰੀ ਕਿੱਥੇ ਸੀਗੀ? ਸਭ ਤੋਂ ਪਹਿਲੀ ਸੂਰਤ 'ਚ ਲਾਈ ਸੀ ਇਹਨਾਂ ਨੇ। ਤਾਂ ਆਨਸਰ ਕੀ ਆ ਗਿਆ ਸਾਡਾ ਜੀ? ਸੂਰਤ ਆਨਸਰ ਆ ਗਿਆ। ਠੀਕ ਹੈ ਜੀ। ਵਧੀਆ ਕੁਐਸਚਨ ਹੈ ਇਹ। ਅਜੰਤਾ ਦੀਆਂ ਗੁਫਾਵਾਂ ਦੇ ਬਾਰੇ, ਚਿੱਤਰਕਾਰੀਆਂ ਦੇ ਬਾਰੇ ਇਹਨਾਂ ਵਿੱਚੋਂ ਕਿਹੜਾ ਕਥਨ ਗਲਤ ਹੈ? ਕਹਿੰਦਾ ਵੱਧ ਗਿਣਤੀ ਦੇ ਵਿੱਚ ਚਿੱਤਰਕਾਰੀ ਮਸ਼ਾਲ ਦੀ ਰੋਸ਼ਨੀ 'ਚ ਕੀਤੀ ਗਈ ਸੀ। ਚਟਕੀਲੇ ਰੰਗਾਂ ਦੀ ਵਰਤੋਂ ਕੀਤੀ ਗਈ ਸੀ। ਰੰਗਾਂ ਨੂੰ ਪੌਦਿਆਂ ਦੇ ਖਣਿਜਾਂ ਤੋਂ ਬਣਾਇਆ ਗਿਆ ਸੀ। ਕਲਾਕਾਰ ਦੇ ਹਸਤਾਖਰ ਚਿੱਤਰਕਾਰੀ ਦੇ ਬਿਲਕੁਲ ਸੱਜੇ ਪਾਸੇ ਸੀਗੇ। ਤਾਂ ਜਿਹੜੀ ਅਜੰਤਾ ਦੀ ਗੁਫਾਵਾਂ ਨੇ ਉਹਦੇ ਵਿੱਚ ਜਿਹੜੀ ਚਿੱਤਰਕਾਰੀ ਕੀਤੀ ਗਈ ਸੀ, ਤਾਂ ਉਹਦੇ ਵਿੱਚ ਜਿਹੜੇ ਰੰਗ ਇਸਤੇਮਾਲ ਕੀਤੇ ਗਏ ਸੀ ਉਹਨਾਂ ਨੂੰ ਪੌਦਿਆਂ ਤੇ ਖਣਿਜ ਪਦਾਰਥਾਂ ਤੋਂ ਬਣਾਇਆ ਗਿਆ ਸੀਗਾ। ਇਸ ਕਰਕੇ ਆਨਸਰ ਸਾਡਾ ਕੀ ਬਣ ਗਿਆ ਜੀ? 3 ਆਨਸਰ ਬਣ ਗਿਆ। 20 ਨੰਬਰ ਕੁਐਸਚਨ ਦੇਖੋ ਕੀ ਕਹਿੰਦਾ ਹੈ। ਇਹਨਾਂ ਵਿੱਚੋਂ ਕਿਹੜਾ ਸਰੋਤ, ਹੁਣ ਸਾਨੂੰ ਬਹੁਤ ਸਾਰੇ ਸਰੋਤ ਮਿਲਦੇ ਨੇ ਮੌਰਿਆ ਸਾਮਰਾਜ ਦੀ ਜਾਣਕਾਰੀ ਨਾਲ ਰਿਲੇਟਡ, ਜਿਹਦੇ ਵਿੱਚ ਸਭ ਤੋਂ ਮੇਨ ਜਿਹੜਾ ਸਰੋਤ ਤੁਹਾਨੂੰ ਪਤਾ ਉਹ ਚਾਣਕਿਆ ਦੁਆਰਾ ਲਿਖੀ ਗਈ ਪੁਸਤਕ ਹੈ ਅਰਥ ਸ਼ਾਸਤਰ। ਹੁਣ ਇਹਦੇ ਵਿੱਚ ਵੀ ਇੰਪੋਰਟੈਂਟ ਹੈਗਾ ਵੀ ਕਿਹੜਾ ਪ੍ਰਭਾਵਸ਼ਾਲੀ ਸਰੋਤ ਨਹੀਂ ਹੈ। ਤਾਂ ਬੁੱਧ ਧਰਮ ਦੇ ਨਾਲ ਜਿਹੜਾ ਜੁੜੇ ਹੋਏ ਸਾਡੇ ਗ੍ਰੰਥ ਨੇ ਜਾਂ ਪੁਸਤਕਾਂ ਨੇਗੀਆਂ। ਸੰਗਮ ਸਾਹਿਤ ਦਾ ਜਿਹੜਾ ਸੰਬੰਧ ਹੈਗਾ ਉਹ ਦੱਖਣੀ ਭਾਰਤ ਦੇ ਨਾਲ ਹੈਗਾ। ਦੱਖਣੀ ਭਾਰਤ ਦਾ ਇਤਿਹਾਸ ਸਾਨੂੰ ਉੱਥੋਂ ਮਿਲਦਾ ਦੇਖਣ ਨੂੰ। ਆਨਸਰ ਤਾਂ ਹੀ ਬਣ ਗਿਆ। ਪੁਰਾਣਿਕ ਸਾਹਿਤ ਜਿਹੜੀ ਪੁਰਾਤਨ ਕਥਾਵਾਂ ਸੀ ਜਾਂ ਗ੍ਰੰਥ ਸੀ, ਵਿਦੇਸ਼ੀ ਵਿਵਰਣ ਸਾਨੂੰ ਬਹੁਤ ਸਾਰੇ ਮਿਲਦੇ ਨੇ। ਤਾਂ ਇਸ ਕਰਕੇ ਆਨਸਰ ਅੜ ਕੇ ਆਵਾਂਗੇ 20 ਦਾ 2 ਨੰਬਰ ਆਨਸਰ। ਅਗਲਾ ਕੁਐਸਚਨ ਦੇਖਦੇ ਹਾਂ। ਅਗਲਾ ਕੁਐਸਚਨ ਕੀ ਕਹਿੰਦਾ ਹੈਗਾ? ਕਹਿੰਦਾ ਬਨਸਪਤੀ ਤੇਜ਼ੀ ਨਾਲ, ਨਿਰਵਿਘਨ ਅਤੇ ਲਗਾਤਾਰ ਉਗਦੀ ਰਹਿੰਦੀ ਹੈ। ਇਹ ਜਿਓਗ੍ਰਾਫੀ ਦਾ ਕੁਐਸਚਨ ਹੈਗਾ। ਇਹ ਧਾਰਨਾ ਕਿਸ ਖੇਤਰ ਤੇ ਲਾਗੂ ਹੁੰਦੀ ਹੈ? ਹੁਣ ਬਨਸਪਤੀ ਕਿੱਥੇ ਉੱਗੇਗੀ ਬਈ? ਜਿੱਥੇ ਵਰਖਾ ਹੋਊਗੀ। ਠੀਕ ਹੈ। ਤਾਂ ਕਿਹੜੇ ਇਲਾਕੇ ਦੇ ਵਿੱਚ ਹੁੰਦੀ ਹੈ ਇਹ? ਟੈਗਾ ਖੇਤਰ, ਮਾਨਸੂਨ ਖੇਤਰ, ਜਾਂ ਭੂ ਮੱਧ ਰੇਖੀ ਖੇਤਰ, ਜਾਂ ਵਰਖਾ ਵਣ। ਹੁਣ ਜਿੱਥੇ ਵਰਖਾ ਵਣ ਜ਼ਿਆਦਾ ਪਾਏ ਜਾਂਦੇ ਨੇ ਉੱਥੇ ਹੀ ਉੱਗੇਗੀ ਇਹ। ਠੀਕ ਹੈ ਜੀ। 21 ਦਾ ਜਿਹੜਾ ਆਨਸਰ ਬਣੂਗਾ ਸਾਡਾ ਉਹ ਕੀ ਬਣ ਗਿਆ ਸਾਡਾ ਜੀ? ਵਰਖਾ ਵਣ। ਠੀਕ ਹੈ ਜੀ। ਤਾਂ ਵਰਖਾ ਵਣਾਂ ਦੇ ਵਿੱਚ ਹੁਣ ਭਾਰਤ ਦੇ ਵਿੱਚ ਬਹੁਤ ਸਾਰੇ ਵਰਖਾ ਵਣ ਪਾਏ ਜਾਂਦੇ ਨੇਗੇ। ਉਹ ਵਰਖਾ ਵਣ ਕਿਹੜੇ ਕਿਹੜੇ ਨੇਗੇ? ਜਿਵੇਂ ਅਸੀਂ ਜੇ ਭਾਰਤ ਦੀ ਗੱਲ ਕਰਦੇ ਹਾਂ ਤਾਂ ਭਾਰਤ ਦੇ
ਨਾਰਥ ਈਸਟ ਦੇ ਵਿੱਚ, ਅੰਡੇਮਾਨ ਨਿਕੋਬਾਰ ਦੇ ਵਿੱਚ ਤੇ ਸਾਡੇ ਜਿਹੜੇ ਪੱਛਮੀ ਘਾਟ ਨੇ ਇਹਨਾਂ ਦੇ ਵਿੱਚ ਵਰਖਾਵਨ ਜ਼ਿਆਦਾ ਪਾਏ ਜਾਂਦੇ ਨੇ। ਠੀਕ ਹੈ ਜੀ, ਤਾਂ ਆਨਸਰ ਕੀ ਆ ਗਿਆ ਸਾਡਾ ਜੀ, ਵਰਖਾਵਨ ਆ ਗਿਆ। 22 ਨੰਬਰ ਕੁਐਸਚਨ ਦੇਖੋ ਜੀ ਕੀ ਕਹਿੰਦਾ ਹੈ, ਇਹਨਾਂ ਵਿੱਚੋਂ ਕਿਹੜੇ ਸੰਕੇਤਕ ਆਮ ਤੌਰ ਤੇ ਕਿਸੇ ਦੇਸ਼ ਦੇ ਆਰਥਿਕ ਵਿਕਾਸ ਨੂੰ ਮਾਪਣ ਦੇ ਲਈ ਵਰਤੇ ਜਾਂਦੇ ਨੇ? ਤੁਸੀਂ ਸੰਸਥਾ ਇੱਕ ਸੁਣੀ ਹੋਊਗੀ UNDP, ਯੂਨਾਈਟਿਡ ਨੇਸ਼ਨ ਡਿਵੈਲਪਮੈਂਟ ਪ੍ਰੋਗਰਾਮ। ਇਹਨੇ 1990 ਦੇ ਦਹਾਕੇ ਦੇ ਦੌਰਾਨ ਇੱਕ ਰਿਪੋਰਟ ਤਿਆਰ ਕਰਨੀ ਸੀ, HDR, ਹਿਊਮਨ ਡਿਵੈਲਪਮੈਂਟ ਰਿਪੋਰਟ। ਹੁਣ ਜਿਹੜੀ ਹਿਊਮਨ ਡਿਵੈਲਪਮੈਂਟ ਰਿਪੋਰਟ ਹੈ, ਅਲੱਗ-ਅਲੱਗ ਦੇਸ਼ਾਂ ਦੇ ਵਿੱਚ ਮਨੁੱਖੀ ਵਿਕਾਸ ਕਿਸ ਤਰੀਕੇ ਨਾਲ ਹੋ ਰਹੀ ਹੈਗੀ, ਉਹਨਾਂ ਨੇ ਆਪਣਾ ਕਿੰਨਾ ਕੁ ਉਹਨਾਂ ਨੇ ਕਦਮ ਉਠਾਇਆ ਹੈਗਾ ਮਨੁੱਖੀ ਡਿਵੈਲਪਮੈਂਟ ਕਰਨ ਦੇ ਲਈ, ਤਾਂ ਉਹਦੇ ਆਧਾਰ ਦੇ ਉੱਪਰ ਫਿਰ ਇੱਕ ਰਿਪੋਰਟ ਤਿਆਰ ਕੀਤੀ ਜਾਂਦੀ ਜਿਹਨੂੰ ਅਸੀਂ HDI ਬੋਲਦੇ ਹਾਂ, ਹਿਊਮਨ ਡਿਵੈਲਪਮੈਂਟ ਇੰਡੈਕਸ ਬੋਲਦੇ ਹਾਂ। ਹਰ ਸਾਲ ਰਿਪੋਰਟ ਜਿਹੜੀ ਤਿਆਰ ਹੁੰਦੀ ਹੈ ਇਹ। ਤਾਂ ਇਹਦੀ ਜਿਹੜੀ ਸ਼ੁਰੂਆਤ ਕੀਤੀ ਗਈ ਸੀ, HDR ਦੀ ਸ਼ੁਰੂਆਤ ਕੀਤੀ ਗਈ ਸੀ ਜਾਂ ਫਿਰ HDI ਦੀ ਸ਼ੁਰੂਆਤ ਕੀਤੀ ਗਈ ਸੀ, ਇਹ ਪਾਕਿਸਤਾਨ ਦੇ ਇੱਕ ਇਕਨੋਮਿਕਸ ਸੀਗੇ ਜਿਹਦਾ ਨਾਂ ਸੀ ਮਹਿਬੂਬ ਉਲ ਹਕ, ਤੇ ਭਾਰਤ ਦੇ ਇਕਨੋਮਿਕਸ ਸੀਗੇ ਅਮ੍ਰਿਤਿਆ ਸੇਨ। ਇਹਨਾਂ ਨੂੰ ਨੋਬਲ ਪੁਰਸਕਾਰ ਵੀ ਮਿਲ ਚੁੱਕਿਆ 1998 ਦੇ ਵਿੱਚ। ਇਹਨਾਂ ਨੇ ਫਿਰ ਇੱਕ ਪੈਮਾਨਾ ਤਿਆਰ ਕੀਤਾ ਸੀਗਾ। ਉਹ ਪੈਮਾਨਾ ਕੀ ਸੀਗਾ? ਉਹ ਸੀ ਵੀ 3 ਸੀ ਇਹਦੇ ਵਿੱਚ ਪੈਮਾਨੇ ਮੇਨ, ਵੀ ਜਿਹੜਾ ਦੇਸ਼ ਇਸ ਪੈਮਾਨੇ ਦੇ ਉੱਪਰ ਖਰਾ ਉਤਰਦਾ ਹੈਗਾ ਜਾਂ ਫਿਰ ਇਹਨੂੰ ਸਕੋਰ ਦਿੱਤਾ ਜਾਊਗਾ ਇਸ ਤਰੀਕੇ ਨਾਲ, ਤਾਂ ਉਸ ਤਰੀਕੇ ਨੂੰ ਅਸੀਂ ਉਸ ਸਕੋਰ ਦੇ ਅਨੁਸਾਰ ਅਸੀਂ ਉਸ ਦੇਸ਼ ਨੂੰ ਅਸੀਂ HDR 'ਚ ਸ਼ਾਮਲ ਕਰਾਂਗੇ, ਰਿਪੋਰਟ ਪੇਸ਼ ਕਰਾਂਗੇ ਤੇ ਉਹਦੇ ਆਧਾਰ ਦੇ ਉੱਪਰ ਉਹਦਾ ਇੰਡੈਕਸ ਬਣਾਇਆ ਜਾਊਗਾ। ਉਹ 'ਚ ਕੀ ਸੀਗਾ? ਉਹਦੇ ਵਿੱਚ ਵੀ ਸ਼ਿਸ਼ੂ ਮੌਤ ਦਰ ਵੀ ਉਸ ਦੇਸ਼ ਦੇ ਵਿੱਚ ਹੁੰਦੀ ਹੈ ਕਿੰਨੀ ਹੁੰਦੀ ਹੈ, ਜੇ ਉਹਦੇ ਵਿੱਚ ਘੱਟ ਹੁੰਦੀ ਹੈ ਤਾਂ ਮਤਲਬ ਫਿਰ ਉਹ ਵਿਕਸਿਤ ਹੈ, ਕਿਉਂਕਿ ਉਹਦੇ ਵਿੱਚ ਹਸਪੀਟਲ ਵਗੈਰਾ ਫਿਰ ਉਹ ਆਪਣੀ ਜਿਹੜੇ ਦੇਸ਼ ਦੇ ਨਾਗਰਿਕ ਹੈ ਉਹਨਾਂ ਵਾਸਤੇ ਫਿਰ ਉਹ ਐਜੂਕੇਸ਼ਨ ਦਾ ਪ੍ਰਬੰਧ ਹੈਲਥ ਦਾ ਪ੍ਰਬੰਧ ਕਰ ਰਿਹਾ ਹੈ। ਵਰਣਨਯੋਗ ਪਾਣੀ ਦੀ ਪ੍ਰਾਪਤੀ, ਦੇਖੋ ਇਹਦੇ ਪਾਣੀ ਵਾਲਾ ਕੋਈ ਕੰਸੈਪਟ ਨਹੀਂ ਸੀਗਾ। ਲਿਟਰੇਸੀ ਰੇਟ ਇਹਦੇ ਵਿੱਚ ਹੈਗਾ ਸੀਗਾ ਤੇ ਪ੍ਰਤੀ ਵਿਅਕਤੀ ਕੁੱਲ ਆਮਦਨ। ਠੀਕ ਹੈ ਜੀ, ਅਸੀਂ ਇਸਤਰੀ ਲਿਟਰੇਸੀ ਰੇਟ ਇਸ ਕਰਕੇ ਕਹਾਂਗੇ ਕਿਉਂਕਿ ਇਹ ਤੋਂ ਇਹ ਪਤਾ ਲੱਗ ਜੂਗਾ ਵੀ ਹਾਂ ਔਰਤਾਂ ਨੂੰ ਬਰਾਬਰ ਦਾ ਮੌਕਾ ਦਿੱਤਾ ਜਾਂਦਾ ਹੈ। ਜੇ ਔਰਤਾਂ ਪੜ੍ਹ ਰਹੀਆਂ ਨੇ ਤਾਂ ਫਿਰ ਪੁਰਸ਼ ਤਾਂ ਆਟੋਮੈਟਿਕ ਪੜ੍ਹ ਹੀ ਰਹੇ ਨੇ ਉੱਥੇ। ਤੇ ਇਹਦੀ ਲਿਟਰੇਸੀ ਰੇਟ ਦੀ ਗੱਲ ਵੀ ਕੀਤੀ ਗਈ ਸੀ। ਇਸ ਤੋਂ ਇਲਾਵਾ ਉਹਦੇ ਵਿੱਚ ਪ੍ਰਤੀ ਵਿਅਕਤੀ ਕੁੱਲ ਰਾਸ਼ਟਰੀ ਉਤਪਾਦ ਦੀ ਗੱਲ ਵੀ ਕੀਤੀ ਗਈ ਸੀ। ਤਾਂ ਮੇਨ 3 ਦੇ ਵਿੱਚ ਸੰਕੇਤਕ ਜਿਹੜੇ ਰੱਖੇ ਗਏ ਸੀਗੇ। ਠੀਕ ਹੈ, ਤੇ ਇਹਦਾ ਆਨਸਰ ਕੀ ਆ ਜਾਊਗਾ ਸਾਡਾ ਜੀ, ਵਰਣਨਯੋਗ ਪਾਣੀ ਦੀ ਪ੍ਰਾਪਤੀ ਇਹਦੇ ਵਿੱਚ ਨਹੀਂ ਸੀ। ਨਹੀਂ ਵਰਤੇ ਜਾਂਦੇ ਸੀ। ਨਹੀਂ ਆਪਸ਼ਨ ਨਹੀਂ ਦੇ ਅਕੋਰਡਿੰਗ ਮੰਨ ਕੇ ਚੱਲੋ। ਠੀਕ ਹੈ, 23 ਨੰਬਰ ਕੁਐਸਚਨ ਦੇਖੋ ਕੀ ਕਹਿੰਦਾ ਹੈਗਾ, ਅਕਸ਼ਾਂਸ਼ ਧਰਤੀ ਦੇ ਉਹ ਬਿੰਦੂ ਹੈ ਜਿਸ ਨੂੰ ਪੜ੍ਹਨ ਦੇ ਵਿੱਚੋਂ ਕਿਸ ਦੁਆਰਾ ਮਾਪਿਆ ਜਾਂਦਾ ਹੈ? ਇਹ 'ਚ ਨਾ ਥੋੜਾ ਜਿਹਾ ਵਰਣਨਯੋਗ ਪਾਣੀ ਦੀ ਪ੍ਰਾਪਤੀ, ਇਹਦਾ ਆਨਸਰ ਤਾਂ ਸੈਕਿੰਡ ਆਊਗਾ ਇਹਦਾ। ਠੀਕ ਹੈ, ਠੀਕ ਹੈ ਜੀ। 23 ਨੰਬਰ ਕੁਐਸਚਨ ਦੇਖੋ ਕੀ ਕਹਿੰਦਾ, ਅਕਸ਼ਾਂਸ਼ ਧਰਤੀ ਦੇ ਉਹ ਬਿੰਦੂ ਹੈ ਜਿਸ ਨੂੰ ਇਹਨਾਂ ਵਿੱਚੋਂ ਕਿਸ ਦੁਆਰਾ ਮਾਪਿਆ ਜਾਂਦਾ ਹੈ? ਤਾਂ ਇਸ ਨੂੰ ਮਾਪਿਆ ਜਾਂਦਾ ਹੈ ਜੀ, ਅਕਸ਼ਾਂਸ਼ ਤੁਹਾਨੂੰ ਪਤਾ ਵੀ ਕਿਹੜੀਆਂ ਰੇਖਾਵਾਂ ਹੁੰਦੀਆਂ ਨੇ ਸਾਡੀਆਂ, ਧਰਤੀ ਨੂੰ 2 ਬਰਾਬਰ ਭਾਗਾਂ 'ਚ ਵੰਡਣ ਵਾਲੀ ਰੇਖਾ ਭੂਮੱਧ ਰੇਖਾ। ਇਸ ਤੋਂ ਉੱਪਰ ਨਾਰਥ ਦੇ ਵਿੱਚ 90 ਅਕਸ਼ਾਂਸ਼ ਤੇ 90 ਅਕਸ਼ਾਂਸ਼ ਨੀਚੇ ਹੋ ਗਏ ਸਾਡੇ ਸਾਊਥ ਦੇ। ਠੀਕ ਹੈ, ਅਕਸ਼ਾਂਸ਼ ਰੇਖਾ ਹੁੰਦੀ ਕੀ ਆ ਬਈ? ਇਹ ਭੂਮੱਧ ਰੇਖਾ ਤੋਂ ਬਿਲਕੁਲ ਸੈਂਟਰ ਪੁਆਇੰਟ ਤੋਂ ਲੈ ਕੇ ਇਹਦੀ ਕੋਣੀ ਦੂਰੀ ਨੂੰ ਮਾਪਣ। ਠੀਕ ਹੈ ਜੀ, ਠੀਕ ਹੈ ਜੀ, ਇਸ ਤਰੀਕੇ ਨਾਲ ਜਿਹੜੇ ਅਕਸ਼ਾਂਸ਼ ਨੇ ਉਹ ਕਿਸੇ ਜਗ੍ਹਾ ਦੀ ਕੋਣੀ ਦੂਰੀ ਨੂੰ ਮਾਪਦੇ ਨੇਗੇ। ਆਨਸਰ ਕੀ ਆ ਗਿਆ ਸਾਡਾ ਜੀ, ਸੈਕੰਡ ਆਨਸਰ ਆ ਗਿਆ ਇਹਦਾ। 23 ਦਾ ਸੈਕੰਡ ਆਨਸਰ ਆ ਗਿਆ। 24 ਨੰਬਰ ਕੁਐਸਚਨ ਦੇਖੋ ਜੀ ਕੀ ਕਹਿੰਦਾ ਹੈ, ਕਹਿੰਦਾ 15 ਡਿਗਰੀ ਸਾਊਥ ਅਕਸ਼ਾਂਸ਼ ਤੇ ਦੁਪਹਿਰ ਵੇਲੇ ਸੂਰਜ ਸਿਰ ਤੇ ਹੁੰਦਾ ਹੈ, ਕਦੋਂ ਹੁੰਦਾ ਹੈ? ਤੁਹਾਨੂੰ ਪਤਾ ਵੀ 23.5 ਡਿਗਰੀ ਝੁਕਾਅ ਹੋਣ ਕਰਕੇ ਧਰਤੀ ਦਾ ਕਦੇ ਨਾਰਥ ਹਿੱਸਾ ਕਦੇ ਸਾਊਥ ਹਿੱਸਾ ਸੂਰਜ ਦੇ ਸਾਹਮਣੇ ਆ ਜਾਂਦਾ ਹੈ। ਜੇ ਅਸੀਂ 22 ਦਸੰਬਰ ਤੋਂ ਲੈ ਕੇ 21 ਮਾਰਚ ਦੀ ਗੱਲ ਕਰਦੇ ਹਾਂ ਤਾਂ ਇਸ ਦੌਰਾਨ ਸਾਊਥ ਹਿੱਸਾ ਜਿਹੜਾ ਧਰਤੀ ਦਾ ਦੱਖਣੀ ਗੋਲਾਰਧ ਹੁੰਦਾ ਹੈ ਸੂਰਜ ਦੇ ਸਾਹਮਣੇ ਹੁੰਦਾ ਹੈ। ਜੇ ਅਸੀਂ 21 ਮਾਰਚ ਤੋਂ ਲੈ ਕੇ 22 ਦਸੰਬਰ ਤੱਕ ਦੀ ਗੱਲ ਕਰਦੇ, ਹੁਣ ਇਸ ਨੂੰ ਉਲਟਾ ਕਰ ਦਈਏ, 21 ਮਾਰਚ ਤੋਂ 22 ਦਸੰਬਰ ਦੀ ਗੱਲ ਕਰ ਲਈਏ, ਤਾਂ ਫਿਰ ਇਸ ਦੌਰਾਨ ਨਾਰਥ ਹਿੱਸਾ ਆ ਜਾਂਦਾ ਹੈਗਾ। ਹੁਣ ਇਹ ਕੀ ਗੱਲ ਕਰਦਾ, ਕਹਿੰਦਾ ਵੀ ਦੁਪਹਿਰ ਵੇਲੇ ਸੂਰਜ ਸਿਰ ਤੇ ਹੁੰਦਾ ਹੈ, ਤਾਂ ਕਦੋਂ ਹੋਊਗਾ ਸੂਰਜ ਸਿਰ ਤੇ? ਇਹ ਤਾਂ ਇਹ ਹੋਊਗਾ ਜੀ 2 ਨੰਬਰ। ਮਤਲਬ ਆਪਸ਼ਨ ਸਾਡੀ ਕੀ ਹੈ, ਇਹ 22 ਦਸੰਬਰ ਤੋਂ ਲੈ ਕੇ 21 ਮਾਰਚ ਦੌਰਾਨ, ਕਿਉਂਕਿ ਸਾਊਥ ਦੀ ਗੱਲ ਕਰਦੇ ਤਾਂ ਸਾਊਥ ਦੇ ਵਿੱਚ ਇਸ ਸਮੇਂ ਗਰਮੀ ਪੈਂਦੀ ਹੈ। ਠੀਕ ਹੈ, ਇਸ ਕਰਕੇ 24 ਦਾ ਆਨਸਰ ਕੀ ਆ ਗਿਆ ਜੀ, 2 ਆਨਸਰ ਆ ਗਿਆ। 25 ਨੰਬਰ ਕੁਐਸਚਨ ਦੇਖੋ ਜੀ, ਕਹਿੰਦਾ ਮਾਰੂਥਲ ਦੇ ਵਿੱਚ ਘੱਟ ਆਬਾਦੀ ਹੋਣ ਦਾ ਸਭ ਤੋਂ ਵਧੀਆ ਵਿਵਰਣ ਕਿਹੜਾ ਹੈ? ਰੇਤ ਜ਼ਿਆਦਾ ਹੁੰਦੀ ਹੈ ਇੱਥੇ, ਰਾਤਾਂ ਬਹੁਤ ਠੰਡੀਆਂ ਹੁੰਦੀਆਂ ਨੇ, ਮਾਰੂਥਲ ਗੈਰ ਆਬਾਦੀ ਹੈ, ਪਾਣੀ ਦੀ ਘਾਟ ਹੈ। ਨੈਚੁਰਲੀ ਗੱਲ ਹੀ ਪਾਣੀ ਦੀ ਘਾਟ ਹੈ, ਪਾਣੀ ਦੀ ਘਾਟ ਕਰਕੇ ਸਾਰਾ ਕੁਝ ਹੁੰਦਾ, ਤਾਂ ਹੀ ਤਾਂ ਮਾਰੂਥਲ ਬਣ ਗਿਆ ਉਹ, ਹਨਾ। 26 ਨੰਬਰ ਕੁਐਸਚਨ ਦੇਖੋ ਜੀ ਕੀ ਕਹਿੰਦਾ, ਇੱਕ ਜਹਾਜ਼ ਲੰਡਨ ਤੋਂ ਸਿੰਗਾਪੁਰ ਜਾ ਰਿਹਾ ਹੈ ਜਿਸਨੇ ਡਰਬਨ ਤੋਂ ਹੁੰਦੇ ਹੋਏ ਹੇਠਾਂ ਲਿਖੀਆਂ ਬੰਦਰਗਾਹਾਂ ਦੇ ਵਿੱਚੋਂ ਇੱਕ ਸਥਾਨ ਤੇ ਰੁਕਣਾ ਹੈ। ਸਿੰਗਾਪੁਰ ਪਹੁੰਚਣ ਤੋਂ ਪਹਿਲਾਂ ਇੱਕ ਬੰਦਰਗਾਹ ਹੈ,
ਤਾਂ ਹੁਣ ਜਾ ਕਿੱਥੋਂ ਰਿਹਾ ਇਹ ਜਾ ਰਿਹਾ ਜੀ ਲੰਡਨ ਤੋਂ ਜਾਣਾ ਇਹਨੇ ਸਿੰਗਾਪੁਰ ਜਾਣਾ ਹੈ। ਠੀਕ ਹੈ, ਤੇ ਇੱਥੇ ਜੇ ਲੰਡਨ ਹੈ, ਇੱਥੋਂ ਹੁੰਦਾ ਹੋਇਆ ਇਹ ਪਹਿਲਾਂ ਤਾਂ ਡਰਬਨ ਜਾਊਗਾ। ਠੀਕ ਹੈ, ਦੱਖਣੀ ਅਫਰੀਕਾ ਡਰਬਨ। ਦੱਖਣੀ ਅਫਰੀਕਾ ਤੋਂ ਫਿਰ ਜਾਂਦਾ ਹੋਇਆ ਇਹ ਰੁਕੂਗਾ ਜਾ ਕੇ ਇਹਨੇ ਆਪਣਾ ਦਾਲ ਪਾਣੀ ਲੈਣਾ ਹੈਗਾ। ਤਾਂ ਇਹ ਸਭ ਤੋਂ ਪਹਿਲਾਂ ਜਾਊਗਾ ਜੀ ਇਹ ਕੋਲੰਬੋ ਜਾਣ ਤੋਂ ਬਾਅਦ ਫਿਰ ਇਹ ਘੁੰਮਦਾ ਘੁਮਾਉਂਦਾ ਜਿਹੜਾ ਚਲਾ ਜਾਊਗਾ ਜੀ ਇਹ, ਇਸ ਤੋਂ ਬਾਅਦ ਇੱਥੇ ਆ ਜਾਂਦਾ ਸਿੰਗਾਪੁਰ ਇੱਥੇ। ਠੀਕ ਹੈ ਜੀ, ਠੀਕ ਹੈ ਜੀ, ਇੱਥੋਂ ਸਿੰਗਾਪੁਰ ਚਲੇ ਜਾਊ। ਤਾਂ ਆਨਸਰ ਕੀ ਹੈ ਇੱਥੇ ਸਾਡਾ, ਇੱਥੇ ਕੋਲੰਬੋ ਬੰਦਰਗਾਹ ਪੈਂਦੀ ਹੈ, ਇਸ ਕਰਕੇ ਆਨਸਰ ਕੀ ਆ ਜਾਊਗਾ ਸਾਡਾ ਜੀ ਕੋਲੰਬੋ ਆਨਸਰ ਆ ਜਾਊਗਾ ਇਹਦਾ। ਠੀਕ ਹੈ, ਅਗਲਾ ਕੁਐਸਚਨ ਦੇਖਦੇ 27 ਨੰਬਰ ਕੁਐਸਚਨ, ਇਹਨਾਂ ਵਿੱਚੋਂ ਕਿਹੜੇ ਜਲਵਾਯੂ ਵਾਲੇ ਖੇਤਰਾਂ ਵਿੱਚ ਖੱਟੇ ਫਲ ਸਭ ਤੋਂ ਜ਼ਿਆਦਾ ਵਧੀਆ ਮਿਲਦੇ ਨੇ। ਠੀਕ ਹੈ, এনवायरमेंट ਇਸ ਪ੍ਰਕਾਰ ਦਾ ਹੈਗਾ। ਤਾਂ ਕਿਹੜਾ ਜੀ, ਇਹ ਅਫਰੀਕਾ ਦਾ ਦੱਖਣੀ ਭਾਗ ਹੈ ਜਿਹੜਾ। ਠੀਕ ਹੈ, ਅਫਰੀਕਾ ਮਹਾਦੀਪ ਦਾ ਦੱਖਣੀ ਭਾਗ, ਉਹਦੇ ਵਿੱਚ ਜ਼ਿਆਦਾ ਸਿਟਰਸ ਫਲ ਜਿਹੜੇ ਜ਼ਿਆਦਾ ਪਾਏ ਜਾਂਦੇ ਨੇ, ਖੱਟੇ ਫਲ ਜਿਹੜੇ ਜ਼ਿਆਦਾ ਪਾਏ ਜਾਂਦੇ ਨੇ। 29 ਨੰਬਰ ਕੁਐਸਚਨ ਦੇਖੋ ਜੀ ਕੀ ਕਹਿੰਦਾ ਇਹ। 29 ਨੰਬਰ ਕੁਐਸਚਨ, ਚਾਹ ਦੀ ਪੈਦਾਵਾਰ ਲਈ ਇਹਨਾਂ ਵਿੱਚੋਂ ਕਿਸ ਦੀ ਸਭ ਤੋਂ ਵੱਧ ਮਹੱਤਤਾ ਹੈ। ਤਾਂ ਚਾਹ ਦੀ ਪੈਦਾਵਾਰ ਦੇ ਲਈ ਸਭ ਤੋਂ ਜ਼ਿਆਦਾ ਮਹੱਤਵਪੂਰਨ ਇਹਨਾਂ ਵਿੱਚ ਆਪਸ਼ਨ ਕੀ ਬਣੇਗੀ, ਉਪਜਾਊ ਮਿੱਟੀ ਅਤੇ ਔਸਤ ਮਾਸਿਕ ਤਾਪਮਾਨ, ਹਰ ਸਾਲ 150 ਸੈਂਟੀਮੀਟਰ ਤੋਂ ਘੱਟ ਮੀਂਹ ਅਤੇ ਉਪਜਾਊ ਮਿੱਟੀ, ਚੰਗੀ ਨਮੀ ਵਾਲੀ ਮਿੱਟੀ ਅਤੇ 23 ਡਿਗਰੀ ਸੈਂਟੀਗ੍ਰੇਡ ਦੇ ਲਗਭਗ ਔਸਤ ਮਾਸਿਕ ਤਾਪਮਾਨ, 300 ਸੈਂਟੀਮੀਟਰ ਤੋਂ ਵੱਧ ਮੀਂਹ ਅਤੇ ਚੰਗੀ ਨਮੀ ਵਾਲੀ ਮਿੱਟੀ। ਤਾਂ ਦੇਖੋ ਜਿਹੜੀ ਚਾਹ ਦੇ ਲਈ ਪੈਦਾਵਾਰ ਹੋਣੀ ਚਾਹੀਦੀ ਹੈ, ਉਹ ਨਾਲੇ ਤਾਂ ਵਰਖਾ ਪੈਂਦੀ ਰਹੇ ਪਰ ਵਰਖਾ ਜਿਹੜੀ ਉਹਦੀ ਜੜ੍ਹਾਂ ਦੇ ਵਿੱਚ ਨਾ ਜਾਵੇ, ਮਤਲਬ ਖੜੇ ਨਾ ਪਾਣੀ ਉੱਥੇ, ਤੇ ਲਗਭਗ ਠੰਡਾ ਮੌਸਮ 23 ਡਿਗਰੀ ਸੈਂਟੀਗ੍ਰੇਡ ਦਾ ਲਗਭਗ ਐਵਰੇਜ ਜਿਹੜਾ ਟੈਂਪਰੇਚਰ ਉਹਨੂੰ ਚਾਹੀਦਾ ਹੁੰਦਾ ਹੈਗਾ। ਆਪਸ਼ਨ ਇਹ ਸਾਡੀ ਕੀ ਬਣ ਰਹੀ ਹੈ, ਸਾਡੀ ਬਣ ਰਹੀ ਹੈ ਥਰਡ ਆਪਸ਼ਨ। ਠੀਕ ਹੈ ਜੀ, ਚੰਗੀ ਨਮੀ ਵਾਲੀ ਮਿੱਟੀ ਹੋਵੇ, ਮਤਲਬ ਮਿੱਟੀ 'ਚ ਨਮੀ ਹੋਵੇ। ਉਹ ਮਿੱਟੀ 'ਚ ਨਮੀ ਕਿਵੇਂ ਹੋਊਗੀ, ਜੇ ਲਗਾਤਾਰ ਵਰਖਾ ਹੁੰਦੀ ਰਹੂ। ਹੁਣ ਵਰਖਾ ਕਿਹੜੇ ਇਲਾਕੇ 'ਚ ਜ਼ਿਆਦਾ ਹੁੰਦੀ ਹੈ ਤੇ ਚਾਹ ਦੀ ਖੇਤੀ ਕਿੱਥੇ ਕੀਤੀ ਜਾਂਦੀ ਹੈ, ਇਹ ਅਸਾਮ ਸਾਈਡ ਜਿਹੜੇ ਸਾਡੀ ਨਾਰਥ ਈਸਟਰਨ ਸਟੇਟਸ ਨੇ ਉੱਥੇ ਜ਼ਿਆਦਾ ਚਾਹ ਦੀ ਖੇਤੀ ਕੀਤੀ ਜਾਂਦੀ ਹੈ। ਠੀਕ ਹੈ, ਅੱਗੇ ਜੀ ਇਹ 28 ਨੰਬਰ ਕੁਐਸਚਨ ਸੀਗਾ। 29 ਨੰਬਰ ਕੁਐਸਚਨ ਦੇਖਦੇ ਹਾਂ ਆਪਾਂ। ਕਾਫੀ ਦੀ ਸਫਲ ਪੈਦਾਵਾਰ, ਕਾਫੀ ਤੇ ਇਹਦੀ ਲਗਭਗ ਇੱਕੋ ਜੀ ਹੁੰਦੀ ਹੈ। ਇਹਨਾਂ ਵਿੱਚ ਕਿਹੜੀ ਪ੍ਰਕਿਰਤਿਕ ਸਥਿਤੀ ਦੀ ਲੋੜ ਹੈ, ਮੂੰਹ ਹਨੇਰੇ ਬੱਦਲਵਾਈ ਦੇ ਕਾਰਨ ਧੁੰਦ 800 ਸੈਂਟੀਮੀਟਰ ਹਨਾ, ਤੇ 21 ਸੈਂਟੀਗ੍ਰੇਡ ਤੇ 26 ਦੇ ਵਿਚਕਾਰ ਔਸਤ ਤਾਪਮਾਨ, ਇਹ ਆਊਗਾ ਸਾਡਾ ਜੀ ਥਰਡ ਆਨਸਰ। ਲਗਭਗ ਸੇਮ ਜੀ ਹੋ ਜਾਂਦੀ ਇਹਦੀ। ਠੀਕ ਹੈ, ਇਹਨਾਂ ਵਿੱਚੋਂ ਕਿਹੜਾ ਲੱਛਣ ਨਦੀ ਦੇ ਜਮਾਓ ਦਾ ਉਤਪਾਦ ਹੈ, ਮਤਲਬ ਜਿਹੜੀ ਖਲੇਪੜ ਨਦੀ ਲੈ ਕੇ ਆਉਂਦੀ ਹੈ, ਤਾਂ ਇਹਨਾਂ ਵਿੱਚੋਂ ਠੀਕ ਹੈ ਜੀ, ਤੁਹਾਨੂੰ ਪਿਕਚਰ ਦਿਖਾਈ ਦੇ ਰਹੀ ਹੈ, ਨਦੀ ਇੱਥੋਂ ਵਗਦੀ ਖਲੇਪੜ ਲਿਆ ਕੇ ਵਿਛਾ ਦਿੰਦੀ ਹੈ ਇੱਥੇ। ਠੀਕ ਹੈ, ਤਾਂ ਕੀ ਹੈ ਬਈ, ਇਹਨੂੰ ਅਸੀਂ ਐਲੂਵੀਅਲ ਫੈਨ ਵੀ ਬੋਲਦੇ ਨੇ, ਜਲੋੜ ਪੰਖ ਬੋਲਦੇ ਨੇ। ਆਨਸਰ ਕੀ ਆ ਗਿਆ ਸਾਡਾ ਜੀ, ਇਹ ਆ ਗਿਆ ਜਲੋੜ ਪੰਖ। ਠੀਕ ਹੈ ਜੀ, 30 ਦਾ ਆਨਸਰ ਕੀ ਆ ਗਿਆ ਸਾਡਾ ਜੀ, ਇਹ ਫਸਟ ਆ ਗਿਆ ਜੀ। ਨੈਕਸਟ ਹੈ ਜੀ 31 ਨੰਬਰ ਕੁਐਸਚਨ ਦੇਖਦੇ ਹਾਂ ਕੀ ਕਹਿੰਦਾ। ਇਹਨਾਂ ਵਿੱਚੋਂ ਕਿਹੜੇ ਸਾਲ ਦੇ ਵਿੱਚ ਰਾਸ਼ਟਰੀ ਜਲ ਨੀਤੀ, ਜਿਹੜੀ ਭਾਰਤ ਦੇ ਵਿੱਚ ਪਹਿਲੀ ਜਲ ਨੀਤੀ ਬਣਾਈ ਗਈ ਸੀ, 2012 ਦੇ ਵਿੱਚ ਵੀ ਨਵੀਂ ਜਲ ਨੀਤੀ ਬਣੀ ਹੈ, ਅਮੈਂਡਮੈਂਟ ਕੀਤੀ ਗਈ ਹੈ, ਪਰ ਪਹਿਲੀ ਕਦੋਂ ਬਣੀ ਸੀ, 1987 ਦੇ ਵਿੱਚ ਬਣੀ ਸੀ। ਤਾਂ 31 ਦਾ ਆਨਸਰ ਕੀ ਆ ਸਾਡਾ ਜੀ, 2 ਆਨਸਰ ਆ ਗਿਆ ਇਹਦਾ। ਨੈਕਸਟ ਹੈ ਖੇਤਰੀ ਭਿੰਨਤਾ ਮੂਲ ਰੂਪ ਵਿੱਚ ਕਿਸ ਕਾਰਨ ਹੁੰਦੀ ਹੈ। ਖੇਤਰੀ ਭਿੰਨਤਾ ਪ੍ਰਤੀ ਵਿਅਕਤੀ ਆਮਦਨ, ਪ੍ਰਕਿਰਤਿਕ ਸਰੋਤ ਆਧਾਰ, ਉਦਯੋਗਿਕ ਵਿਕਾਸ, ਸ਼ਹਿਰੀਕਰਨ ਦਾ ਪੱਧਰ। ਤਾਂ ਹੁਣ ਜਿੱਥੇ ਇੰਡਸਟਰੀ ਜ਼ਿਆਦਾ ਹੋਗੀ ਬਈ ਉੱਥੇ ਐਕਚੁਅਲੀ ਗੱਲ ਵੀ ਖੇਤਰੀ ਭਿੰਨਤਾ ਤਾਂ ਹੋ ਹੀ ਜਾਂਦੀ। ਹੁਣ ਮੁੰਬਈ ਸ਼ਹਿਰ ਨਾਲ ਅਸੀਂ ਛੋਟੇ ਜਿਹੇ ਕਿਸੇ ਪਿੰਡ ਦੀ ਜਾਂ ਕਿਸੇ ਛੋਟੇ ਕਸਬੇ ਦੀ ਤੁਲਨਾ ਨਹੀਂ ਕਰ ਸਕਦੇ ਹੈਗੇ, ਜਾਂ ਫਿਰ ਅਸੀਂ ਮੋਹਾਲੀ ਦੇ ਨਾਲ ਅਸੀਂ ਛੋਟੇ ਜਿਹੇ ਇਲਾਕੇ ਦੀ ਪੰਜਾਬ ਦੇ ਕਿਸੇ ਬੈਕਵਰਡ ਇਲਾਕੇ ਦੀ ਅਸੀਂ ਤੁਲਨਾ ਨਹੀਂ ਕਰ ਸਕਦੇ ਹੈਗੇ। ਠੀਕ ਹੈ, 33 ਨੰਬਰ ਕੁਐਸਚਨ ਦੇਖੋ ਜੀ ਕਹਿੰਦਾ ਕਰਮਵਾਰ ਲਾਉਣਾ ਇਹਨੂੰ ਰਾਜਾਂ ਨੂੰ ਜਨਗਣਨਾ ਅਨੁਸਾਰ ਸਾਖਰਤਾ ਡੈਸੀਰੇਟ। ਹੁਣ ਕੇਰਲਾ 'ਚ ਤੁਹਾਨੂੰ ਪਤਾ ਹੀ ਵੀ ਨੰਬਰ 1 ਆਹ ਤਾਂ ਆਪਸ਼ਨ ਦੇਖੋ ਆ ਹੀ ਨਹੀਂ ਸਕਦੀਆਂ ਹੈਗੀਆਂ, ਇਹਨਾਂ 'ਚ ਆਪਸ਼ਨ ਸਾਡੀ ਬਣੂਗੀ। ਤਾਂ ਇਹਦੇ ਅਕੋਰਡਿੰਗ ਆਨਸਰ ਸਾਡਾ ਬਣੂਗਾ 2 ਆਨਸਰ। ਕੇਰਲ ਦੇ ਵਿੱਚ ਆਊਗਾ ਫਸਟ, ਫਿਰ ਮਿਜ਼ੋਰਮ ਸੀਗਾ, ਤ੍ਰਿਪੁਰਾ ਸੀਗਾ, ਤੇ ਫਿਰ ਗੋਆ ਸੀਗਾ ਸਾਡਾ। ਠੀਕ ਹੈ ਜੀ, ਗੋਆ ਚੌਥੇ ਨੰਬਰ ਤੇ ਸੀਗਾ, ਇੱਥੇ ਇਹਨਾਂ ਨੇ ਦੂਸਰੇ ਨੰਬਰ ਤੇ ਦੇ ਰੱਖਿਆ ਫਸਟ ਆਪਸ਼ਨ ਦੇ ਵਿੱਚ। ਤਾਂ 33 ਦਾ ਜਿਹੜਾ ਆਨਸਰ ਬਣ ਗਿਆ ਸਾਡਾ ਜੀ, ਉਹ ਆ ਗਿਆ 2 ਆਨਸਰ ਹੈ। ਨੈਕਸਟ ਜੀ 34 ਨੰਬਰ ਕੁਐਸਚਨ ਹੈ। ਇਹਨਾਂ ਵੱਡੇ ਸ਼ਹਿਰਾਂ ਦੇ ਵਿੱਚੋਂ ਕਿਹੜੇ ਸ਼ਹਿਰ ਦੇ ਵਿੱਚ 2011 ਦੀ ਜਨਗਣਨਾ ਦੇ ਵਿੱਚ ਸਭ ਤੋਂ ਘੱਟ ਲਿੰਗ ਅਨੁਪਾਤ ਦਰਜ ਕੀਤਾ ਗਿਆ ਸੀਗਾ। ਠੀਕ ਹੈ, ਮਤਲਬ ਵੱਡੇ ਸ਼ਹਿਰਾਂ ਦਾ। ਹੁਣ ਦੇਖੋ ਸ਼ਹਿਰਾਂ ਦਾ ਵਾਈਜ਼ ਪੁੱਛਿਆ ਗਿਆ, ਹੁਣ ਘੱਟੋ ਘੱਟ ਸਾਨੂੰ ਜਿਹੜੇ ਮੇਨ ਸ਼ਹਿਰ ਨੇ ਸਾਡੇ, ਉਹਨਾਂ ਦਾ ਲਿੰਗ ਅਨੁਪਾਤ ਜ਼ਰੂਰ ਪਤਾ ਹੋਣਾ ਚਾਹੀਦਾ ਹੈ। ਤਾਂ ਇਹਦੇ ਵਿੱਚੋਂ ਸਭ ਤੋਂ ਘੱਟ ਸੀਗਾ ਜੀ 832। ਠੀਕ ਹੈ, ਜਿਵੇਂ ਕੋਲਕਾਤਾ ਦਾ 908 ਸੀਗਾ, ਦਿੱਲੀ ਦਾ ਇਸ ਤੋਂ ਜ਼ਿਆਦਾ ਸੀਗਾ ਹਨਾ। ਆਨਸਰ ਅੜ ਗਿਆ ਜੀ, 4th ਆਨਸਰ ਆ ਗਿਆ। ਅਗਲਾ ਕੁਐਸਚਨ ਦੇਖਦੇ ਹਾਂ। ਇਹਨਾਂ ਵਿੱਚੋਂ ਕਿਹੜੇ ਪੱਖ ਵੋਟ ਪਾਉਣ ਦੇ ਵਿਵਹਾਰ ਨੂੰ ਪ੍ਰਭਾਵਿਤ ਨਹੀਂ ਕਰਦੇ ਹੈਗੇ। ਠੀਕ ਹੈ, ਤਾਂ ਧਰਮ ਵੀ ਕਰਦਾ, ਦੇਖੋ ਬਾਈ ਜਾਤੀਆਂ ਵੀ ਕਰਦੀਆਂ ਨੇ, ਲਿਟਰੇਸੀ ਰੇਟ ਵੀ, ਜੇ ਕੋਈ ਪੜ੍ਹਿਆ ਲਿਖਿਆ ਬੰਦਾ ਹੈ ਨਾ, ਪ੍ਰਾਪਤ ਜ਼ਮੀਨਾਂ ਦਾ ਆਕਾਰ ਸਾਨੂੰ ਵੋਟ ਪਾਉਣ ਦੇ ਵਿਵਹਾਰ ਨੂੰ ਪ੍ਰਭਾਵਿਤ ਨਹੀਂ ਕਰ ਸਕਦਾ ਬਾਈ। ਭਾਰਤ ਇੱਕ ਦੇਖੋ ਆਪਸ਼ਨ ਕੀ ਕਹਿ ਰਿਹਾ ਹੈਗਾ, ਕੁਐਸਚਨ ਕੀ ਕਹਿ ਰਿਹਾ, ਭਾਰਤ ਇੱਕ ਸਰਵ ਸੱਤਾਧਾਰੀ ਦੇਸ਼ ਹੈ, ਕਿਉਂਕਿ ਹੇਠ ਲਿਖਿਆਂ ਵਿੱਚ ਸਹੀ ਉੱਤਰ ਚੁਣਨਾ ਹੈ। ਕਿਉਂਕਿ ਠੀਕ ਹੈ, ਕਿਉਂਕਿ ਇੱਥੋਂ ਦੇ ਪ੍ਰਤੀਨਿਧੀ ਲੋਕਾਂ ਦੇ ਲਈ ਕਾਨੂੰਨ ਬਣਾਉਂਦੇ ਨੇ ਬਈ। ਠੀਕ ਹੈ, ਸਰਵ ਸੱਤਾਧਾਰੀ ਦੇਸ਼ ਦਾ ਮੁਖੀ ਲੋਕਾਂ ਦੁਆਰਾ ਚੁਣਿਆ ਜਾਂਦਾ, ਇਹ ਤਾਂ ਗਣਤੰਤਰ ਹੋ ਗਿਆ। ਨਾਗਰਿਕ ਨੂੰ ਭਾਸ਼ਣ ਦੇਣ ਤੇ ਵਿਚਾਰ ਪ੍ਰਗਟਾਉਣ ਦਾ ਅਧਿਕਾਰ ਹੈ, ਇਹ ਤਾਂ ਨਾਗਰਿਕਾਂ ਦੇ ਅਧਿਕਾਰ ਹੋ ਗਏ। ਸਾਰੇ ਧਰਮਾਂ ਦੇ ਨਿਰਪੱਖ ਹੈ, ਇਹ ਨਹੀਂ।
ਕਿਉਂਕਿ ਇੱਥੋਂ ਦੇ ਪ੍ਰਤੀਨਿਧੀ ਲੋਕਾਂ ਦੇ ਲਈ ਕਾਨੂੰਨ ਬਣਾਉਂਦੇ, ਜਿਸ ਕਰਕੇ ਇਹ ਸਰਵ ਸੱਤਾਹਾਰੀ ਹੈ। ਠੀਕ ਹੈ, ਨੈਕਸਟ ਆ ਗਿਆ ਜੀ 37 ਨੰਬਰ ਕੁਐਸਚਨ। ਇਹ ਵੀ ਮੈਨੂੰ ਕੁਐਸਚਨ ਥੋੜਾ ਜਿਹਾ, ਕੁਐਸਚਨ ਦਾ ਪੈਟਰਨ ਨਹੀਂ ਸਹੀ ਲੱਗਿਆ, ਕੁਐਸਚਨ ਦੀ ਬਣਾਵਟ ਸਹੀ ਨਹੀਂ ਹੈਗੀ ਇਹਦੇ ਵਿੱਚ। 1935 ਅਤੇ 1950 ਸੰਸ਼ੋਧਨ ਦੀ ਇੱਕ ਮੇਲ ਖਾਂਦੀ ਕਿਹੜੀ ਚੀਜ਼ ਹੈ? ਤਾਂ ਮੇਲ ਖਾਂਦੀ ਕਿਹੜੀ ਚੀਜ਼ ਦੇ ਵਿੱਚੋਂ 1935 ਦਾ ਐਕਟ ਤੇ 1950 ਦਾ ਜਿਹੜਾ ਸਾਡਾ ਕਾਨੂੰਨ ਬਣਿਆ ਸੀਗਾ, ਸੰਵਿਧਾਨ ਬਣਿਆ ਸੀ, ਉਹਦੇ ਵਿੱਚ ਕਿਹੜੀ ਚੀਜ਼ ਮੇਲ ਹੈ, ਮੇਲ ਖਾਂਦੀ ਹੈ ਇਹ? ਦੋਨਾਂ ਕੋਲ ਸੰਸਦ ਦੀਆਂ ਸੀਮਿਤ ਸ਼ਕਤੀਆਂ ਹਨ, ਦੋਨੇ ਹੀ ਬਾਲਗਾਂ ਨੂੰ ਵੋਟ ਪਾਉਣ ਦਾ ਅਧਿਕਾਰ ਦਿੰਦੇ ਹਨ, ਦੋਨੇ ਹੀ ਭਾਰਤ ਨੂੰ ਸੰਘ ਬਣਾਉਂਦੇ ਹਨ। ਤਾਂ ਇਹ ਦੋਨਾਂ ਭਾਰਤ ਨੂੰ ਸੰਘ ਬਣਾਉਣ ਦੀ ਗੱਲ ਕਰਦੇ ਨੇ। ਠੀਕ ਹੈ, ਭਾਵੇਂ 1935 ਵਾਲਾ ਜਿਹੜਾ ਸੰਘ ਸੀ ਸਾਡਾ, ਉਹਦੇ ਵਿੱਚ ਕੋਈ ਜ਼ਿਆਦਾ ਪਾਵਰ ਦੇਣ ਦੀ ਗੱਲ ਨਹੀਂ ਕੀਤੀ ਗਈ ਸੀ ਉਹਦੇ ਵਿੱਚ। ਠੀਕ ਹੈ ਜੀ, ਪਰ ਜਿਹੜਾ ਸਾਡਾ 1950 ਵਾਲਾ ਸੰਘ ਹੈ ਉਹਦੇ ਵਿੱਚ ਕੇਂਦਰ ਨੂੰ ਜ਼ਿਆਦਾ ਪਾਵਰ ਦੇਣ ਦੀ ਗੱਲ ਕੀਤੀ ਗਈ ਹੈ, ਮਤਲਬ ਬਣਾਇਆ ਸੰਘ ਹੀ ਗਿਆ ਇੱਥੇ। ਠੀਕ ਹੈ, ਅੱਗੇ ਜੀ 38 ਨੰਬਰ ਕੁਐਸਚਨ ਦੇਖੋ ਜੀ ਕੀ ਕਹਿੰਦਾ ਹੈ। ਜ਼ਿਲ੍ਹਾ ਉਪ ਜ਼ਿਲ੍ਹਾ ਇਹ ਸਾਰੇ ਅਸੀਂ ਸੀਕੁਐਂਸ ਵਾਈਜ਼ ਲਾਉਣੇ ਨੇ, ਤਾਂ ਦੇਖੋ 3rd ਤੇ 4th ਆਪਸ਼ਨ ਸਾਡੀ ਬਣਦੀ ਨਹੀਂ ਹੈਗੀ, ਇਹਨਾਂ ਚੋਂ ਅਸੀਂ ਫਸਟ ਆਪਸ਼ਨ ਲਵਾਂਗੇ ਇਹਦੇ ਵਿੱਚੋਂ। ਇਹਦੇ ਵਿੱਚ ਕੀ ਆਊਗਾ ਬਈ, ਪਰਗਨਾ ਦੇਖੋ ਛੋਟੀ ਇਕਾਈ ਹੁੰਦੀ ਹੈ, ਤਾਂ ਇਸ ਕਰਕੇ ਆਨਸਰ ਸਾਡਾ ਕੀ ਬਣੇਗਾ, ਜ਼ਿਲ੍ਹਾ ਤੋਂ ਵੱਡੀ ਇਕਾਈ ਹੈ, ਪਰਗਨਾ ਛੋਟੀ ਇਕਾਈ ਹੈ, ਤਾਂ ਜ਼ਿਲ੍ਹਾ ਉਪ ਜ਼ਿਲ੍ਹਾ ਤਾਲੁਕਾ ਤੇ ਫਿਰ ਉਸ ਤੋਂ ਬਾਅਦ ਪਰਗਨਾ ਆ ਜਾਂਦਾ ਹੈਗਾ। ਠੀਕ ਹੈ, ਅਗਲੀ ਗੱਲ ਕਰਦੇ ਹਾਂ ਜੀ 39 ਨੰਬਰ ਕੁਐਸਚਨ ਦੇਖੋ ਕੀ ਕਹਿੰਦਾ ਹੈਗਾ। ਭਾਰਤੀ ਸੰਵਿਧਾਨ ਦੇ ਤੀਸਰੇ ਭਾਗ ਅਨੁਸਾਰ ਹੇਠਾਂ ਲਿਖੇ ਵਿੱਚੋਂ ਅਲਪਸੰਖਿਅਕ ਵਰਗ ਕਿਵੇਂ ਜਾਣੇ ਜਾਂਦੇ ਹਨ? ਅਲਪਸੰਖਿਅਕ ਵਰਗ ਕਿਵੇਂ ਜਾਣੇ ਜਾਂਦੇ ਹਨ? ਤਾਂ ਤੁਹਾਨੂੰ ਪਤਾ ਵੀ ਭਾਰਤ ਦਾ ਜਿਹੜਾ ਸਾਡਾ ਫੰਡਾਮੈਂਟਲ ਰਾਈਟਸ ਨੇ, ਸੰਵਿਧਾਨ ਭਾਰਤ ਦਾ, ਉਹਦੇ ਵਿੱਚ ਫੰਡਾਮੈਂਟਲ ਰਾਈਟਸ ਦੀ ਗੱਲ ਕੀਤੀ ਗਈ ਹੈ, ਤੇ ਜਿਹਦੇ ਤਹਿਤ ਆਰਟੀਕਲ ਨੰਬਰ 12 ਤੋਂ ਲੈ ਕੇ 35 ਤੱਕ ਦਾ ਮੈਂਸ਼ਨ ਕੀਤਾ ਗਿਆ। ਇਹਦੇ ਤਹਿਤ ਹੀ ਸਾਨੂੰ ਫਿਰ ਸਾਡੇ ਅਲਪਸੰਖਿਅਕ ਜਿਹੜੇ ਇਹਨਾਂ ਨੂੰ ਅਧਿਕਾਰ ਮਿਲਦੇ ਨੇ ਕੁਝ। ਠੀਕ ਹੈ ਜੀ, ਆਰਟੀਕਲ ਨੰਬਰ 29 ਤੇ ਆਰਟੀਕਲ ਨੰਬਰ 30 ਦੇ ਤਹਿਤ ਇਹਨੂੰ ਸਾਡੇ ਰਾਈਟਸ ਮਿਲੇ ਨੇ। ਇਹਦੇ ਤਹਿਤ ਜਿਹੜੇ ਅਲਪਸੰਖਿਅਕ ਹੋ ਸਕਦੇ ਨੇ ਉਹ ਕਿਸ ਆਧਾਰ ਤੇ ਹੋ ਸਕਦੇ ਨੇ? ਤਾਂ ਹੋ ਸਕਦੇ ਨੇ ਧਰਮ ਦੇ ਆਧਾਰ ਤੇ ਹੋ ਸਕਦੇ ਨੇ ਭਾਸ਼ਾ ਦੇ ਆਧਾਰ ਤੇ। ਇਹਦੇ ਵਿੱਚ ਦੋਨੇ ਆਪਸ਼ਨ ਇਹ ਵਿੱਚ ਨਹੀਂ ਹੈਗੀਆਂ, ਇਸ ਕਰਕੇ ਆਪਸ਼ਨ ਸਾਡੀ ਕੀ ਆ ਜਾਊਗੀ ਜੀ, 4th ਆਪਸ਼ਨ ਆ ਗਈ। 39 ਦਾ ਆਨਸਰ ਕੀ ਆ ਗਿਆ ਸਾਡਾ, 4th ਆਨਸਰ ਆ ਗਿਆ ਜੀ। ਹਾਂਜੀ, ਅਗਲਾ ਕੁਐਸਚਨ ਦੇਖਦੇ ਹਾਂ ਜੀ 40 ਨੰਬਰ ਕੁਐਸਚਨ। ਕਹਿੰਦਾ ਭਾਰਤੀ ਰਾਜ ਅਨੁਸਾਰ ਹੇਠ ਲਿਖਿਆਂ ਵਿੱਚੋਂ ਕਿਹੜਾ ਸਹੀ ਹੈ? ਇੱਥੇ ਜਿੰਨੇ ਰਾਜ ਹਨ ਉਨੀਆਂ ਉੱਚ ਅਦਾਲਤਾਂ ਨੇ, ਦੇਖੋ ਇਹ ਤਾਂ ਗਲਤ ਗੱਲ ਹੈ ਹਨਾ। 28 ਸਾਡੇ ਰਾਜ ਨੇ, ਸਾਡੀਆਂ ਜਿਹੜੀ ਹਾਈ ਕੋਰਟਸ ਨੇ 25 ਨੇ ਉਹ। ਭਾਰਤ ਵਿੱਚ ਦੋਹਰੀ ਨਾਗਰਿਕਤਾ ਦੀ ਵਿਵਸਥਾ ਹੈ, ਇਕਹਿਰੀ ਨਾਗਰਿਕਤਾ ਦੀ, ਇਹ ਵੀ ਗਲਤ ਹੈ। ਭਾਰਤ ਦਾ ਸੁਪਰੀਮ ਕੋਰਟ ਸੰਸਦ ਦੇ ਅਧੀਨ ਹੈ, ਸਾਡੀ ਜੁਡੀਸ਼ਰੀ ਇੰਡੀਪੈਂਡੈਂਟ ਹੈ ਬਈ। ਭਾਰਤ ਵਿੱਚ ਏਕੀਕ੍ਰਿਤ ਨਿਆਂ ਪ੍ਰਬੰਧ, ਆਹ ਗੱਲ ਸਹੀ ਹੈ ਬਿਲਕੁਲ। ਠੀਕ ਹੈ ਜੀ, ਤਾਂ ਆਨਸਰ ਆ ਗਿਆ ਸਾਡਾ 40 ਦਾ 4 ਨੰਬਰ ਆਨਸਰ। ਅਗਲਾ ਕੁਐਸਚਨ ਦੇਖਣੀ 41 ਨੰਬਰ। ਇਹਨਾਂ ਵਿੱਚੋਂ ਭਾਰਤੀ ਧਰਮ ਨਿਰਪੇਖਤਾ ਦੀ ਪ੍ਰਕਿਰਤੀ ਦੱਸਣ ਦੇ ਲਈ ਕਿਹਾ ਗਿਆ ਹੈ। ਠੀਕ ਹੈ ਜੀ, ਮਤਲਬ ਧਰਮ ਨਿਰਪੇਖਤਾ ਦਾ ਮਤਲਬ ਇੱਥੇ ਕੀ ਦੱਸਿਆ ਹੈਗਾ ਹਨਾ। ਕਈ ਵਾਰ ਨਾ ਕੁਐਸਚਨ ਇਹ ਚੰਗੀ ਤਰ੍ਹਾਂ ਇੰਗਲਿਸ਼ 'ਚ ਪਾਉਂਦੇ ਨੇ ਪੇਪਰ, ਪੰਜਾਬ ਟੈਟ ਨੂੰ, ਇਹ ਤਾਂ ਉਹਦਾ ਅਰਥ ਬਦਲ ਜਾਂਦਾ ਕੁਛ, ਕਈ ਵਾਰ ਸਮਝ ਨਹੀਂ ਆਉਂਦਾ ਹੈਗਾ। ਇਸ ਕਰਕੇ ਥੋੜਾ ਜਿਹਾ ਇਹਦੇ ਉੱਪਰ ਪੌਜ਼ ਲਿਆ ਕਰੋ ਕੁਐਸਚਨ ਦੇ ਉੱਪਰ, ਜੇ ਤੁਸੀਂ ਅੱਗੇ ਠੀਕ ਹੈ ਜੀ ਪੇਪਰ ਦੇਣੇ ਨੇਗੇ। ਠੀਕ ਹੈ, ਤਾਂ ਹਰ ਸਟੇਟ ਦਾ ਲੋੜ ਅਨੁਸਾਰ ਆਪਣਾ ਧਰਮ ਹੋਵੇ, ਦੇਖੋ ਇਹ ਤਾਂ ਗੱਲ ਨਹੀਂ ਬਣੀ ਹੈਗੀ ਨਾ। ਹਰੇਕ ਸਟੇਟ ਦਾ ਧਰਮ ਆਪਣਾ ਅਲੱਗ-ਅਲੱਗ ਹੋਣਾ ਚਾਹੀਦਾ, ਸਟੇਟ ਨੂੰ ਘੱਟ ਗਿਣਤੀ ਨੂੰ ਸਲਾਉਣਾ ਚਾਹੀਦਾ, ਇਹ ਵੀ ਗਲਤ ਗੱਲ ਹੈ ਹਨਾ। ਸਿੰਪਲ ਜਿਹੇ ਕੁਐਸਚਨ ਵਿੱਚ ਤਾਂ ਰਾਜ ਦੇ ਧਰਮ ਬਿਲਕੁਲ ਅਲੱਗ ਹੋਣੇ ਚਾਹੀਦੇ, ਰਾਜ ਦੇ ਧਰਮ ਤੁਸੀਂ ਅਲੱਗ ਕਰਕੇ ਨਹੀਂ ਦੇਖ ਸਕਦੇ ਹੈਗੇ। ਠੀਕ ਹੈ ਜੀ, ਵੈਸੇ ਤਾਂ ਧਰਮ ਰਾਜ ਦੇ ਮਾਮਲੇ 'ਚ ਇੰਟਰਫੇਅਰ ਨਹੀਂ ਕਰਦਾ, ਪਰ ਜਦੋਂ ਕਦੇ ਸਮੱਸਿਆ ਆ ਜਾਂਦੀ ਫਿਰ ਧਰਮ ਦੇ ਮਾਮਲੇ 'ਚ ਇੰਟਰਫੇਅਰ ਰਾਜ ਨੂੰ ਕਰਨਾ ਪੈਂਦਾ ਹੈ। ਹੁਣ ਕੀ ਪੁੱਛਿਆ, ਧਰਮ ਨਿਰਪੇਖਤਾ ਕੀ ਹੈ? ਤਾਂ ਆਨਸਰ ਆਊਗਾ 4th। ਰਾਜ ਇਸ ਤਰ੍ਹਾਂ ਦਾ ਹੋਵੇ ਜੋ ਧਰਮਾਂ ਤੋਂ ਉਚਿਤ ਦੂਰੀ ਰੱਖੇ ਤੇ ਉਚਿਤ ਦਖਲਅੰਦਾਜ਼ੀ ਵੀ ਕਰ ਸਕੇ। ਠੀਕ ਹੈ ਜੀ, ਵੈਸੇ ਤਾਂ ਮੈਂ ਤੁਹਾਨੂੰ ਕਿਹਾ ਵੀ ਰਾਜ ਜਿਹੜਾ ਧਰਮ ਹੈ ਉਹ ਅਲੱਗ-ਅਲੱਗ ਨਹੀਂ ਹੋ ਸਕਦੇ। ਠੀਕ ਹੈ ਜੀ, ਹੁਣ ਤਾਂ ਇੰਟਰਫੇਅਰ ਅਸੀਂ ਕਰਦੇ ਨਹੀਂ ਹੈਗੇ, ਪਰ ਜਦੋਂ ਕਦੇ ਕਰਨਾ ਪੈ ਜਾਂਦਾ ਤਾਂ ਫਿਰ ਉੱਥੇ ਦਖਲਅੰਦਾਜ਼ੀ ਕਰਨੀ ਪੈ ਸਕਦੀ ਹੈ। ਅਗਲਾ ਕੁਐਸਚਨ ਦੇਖੋ ਜੀ 42 ਨੰਬਰ ਕੁਐਸਚਨ ਹੈ। ਹੇਠ ਲਿਖਿਆਂ ਦੇ ਵਿੱਚੋਂ ਕਿਸ ਨੂੰ ਲੋਕਤੰਤਰੀ ਸਰਕਾਰਾਂ ਦੀ ਵਿਸ਼ੇਸ਼ਤਾਵਾਂ ਕਹਿੰਦੇ ਹਨ? ਇਹ ਲੋਕਾਂ ਦੀ ਸਰਕਾਰ ਹੈ, ਇਹ ਲੋਕਾਂ ਦੀ ਚੁਣੀ ਸਰਕਾਰ ਜੋ ਉਹਨਾਂ ਲਈ ਫੈਸਲੇ ਲੈ ਸਕਦੀ ਹੈ, ਇਹ ਧਰਮ ਨਿਰਪੇਖਤਾ ਨੂੰ ਬਣਾਈ ਰੱਖਣ ਲਈ ਵਚਨਬੱਧ ਹੈ। ਠੀਕ ਹੈ, ਇਹ ਸਮਾਜਿਕ ਖੁਸ਼ਹਾਲੀ ਲਿਆਉਣ ਲਈ ਨਾ। ਇਹਦਾ ਆਨਸਰ ਆਊਗਾ ਸਾਡਾ 2 ਜੀ, ਇਹ ਲੋਕਾਂ ਦੀ ਚੁਣੀ ਸਰਕਾਰ ਹੈ ਜੋ ਉਹਨਾਂ ਲਈ ਫੈਸਲੇ ਲੈ ਸਕਦੀ ਹੈ, ਇਹ ਲੋਕਤੰਤਰ ਦੀ ਵਿਸ਼ੇਸ਼ਤਾਵਾਂ ਨੇ ਇਹਦੇ ਵਿੱਚ। ਠੀਕ ਹੈ, 43 ਨੰਬਰ ਕੁਐਸਚਨ ਦੇਖੋ ਜੀ। ਇਹਨਾਂ ਵਿੱਚੋਂ ਕਿਹੜੀਆਂ ਕਦਰਾਂ ਕੀਮਤਾਂ ਅਨੇਕਤਾਵਾਂ ਦੇ ਪੱਖ ਦੇ ਵਿੱਚ ਨਹੀਂ ਹੁੰਦੀਆਂ ਹੈਗੀਆਂ? ਠੀਕ ਹੈ, ਤਾਂ ਹੈਗਾ ਸਾਡਾ ਜੀ ਬਹੁਤ ਸੱਭਿਅਤਾ, ਧਾਰਮਿਕ ਆਜ਼ਾਦੀ, ਘੱਟ ਗਿਣਤੀ ਅਧਿਕਾਰ ਨੇ, ਦੂਸਰੇ ਧਰਮਾਂ ਲਈ ਆਦਰ ਭਾਵ ਨਾ ਰੱਖਣਾ। ਠੀਕ ਹੈ ਜੀ, ਅਨੇਕਤਾ ਦੇ ਵਿੱਚ ਏਕਤਾ, ਕਦਰਾਂ ਕੀਮਤਾਂ ਅਨੇਕਤਾ ਦੇ ਪੱਖ ਦੇ ਵਿੱਚ ਨਹੀਂ ਹੈਗੀਆਂ, ਤਾਂ ਇਹਦੇ ਵਿੱਚ ਆਨਸਰ ਆਊਗਾ ਸਾਡਾ ਜੀ 4th ਆਨਸਰ। ਠੀਕ ਹੈ, ਦੂਸਰੇ ਧਰਮਾਂ ਦੇ ਲਈ ਆਦਰ ਭਾਵ ਨਾ ਰੱਖਣਾ, ਠੀਕ ਹੈ ਨਹੀਂ, ਸਾਡੀ ਕਦਰਾਂ ਕੀਮਤਾਂ ਸ਼ਾਮਲ ਨਹੀਂ ਕੀਤਾ ਜਾ ਸਕਦਾ ਹੈਗਾ। 44 ਨੰਬਰ ਪੋਲੀਟੀਕਲ ਸਾਇੰਸ ਨਾਲ ਜੁੜਿਆ ਕੁਐਸਚਨ ਹੈ। ਯੋਜਨਾ ਆਯੋਗ ਦਾ ਮੁਖੀ ਕੌਣ ਹੁੰਦਾ ਹੈ? ਠੀਕ ਹੈ, ਯੋਜਨਾ ਆਯੋਗ ਨੂੰ ਹੁਣ 2015 ਤੋਂ ਬਾਅਦ ਫਿਰ ਨੀਤੀ ਆਯੋਗ ਬਣਾ ਦਿੱਤਾ ਗਿਆ, ਤਾਂ ਫਿਰ ਇਹਦਾ ਮੁਖੀ ਕੌਣ ਆ ਵੀ ਸਾਡਾ? ਇਹ ਪ੍ਰਧਾਨ ਮੰਤਰੀ ਹੀ ਹੁੰਦਾ। ਹੁਣ ਵੀ ਨੀਤੀ ਆਯੋਗ ਦਾ ਵੀ ਹੈ ਤੇ ਯੋਜਨਾ ਆਯੋਗ ਦਾ ਜਿਹੜਾ 1950 ਵਾਲਾ ਯੋਜਨਾ ਆਯੋਗ ਸੀ ਸਾਡਾ, ਉਹਦਾ ਵੀ ਪ੍ਰਧਾਨ ਮੰਤਰੀ ਹੀ ਸੀਗਾ। 45 ਨੰਬਰ ਕੁਐਸਚਨ ਦੇਖੋ ਜੀ ਕੀ ਕਹਿੰਦਾ, ਇਹਨਾਂ ਵਿੱਚੋਂ ਕਿਹੜਾ ਰਾਇਲਸ ਦੇ ਸਿਧਾਂਤ ਦੀ ਸਹੀ ਵਿਆਖਿਆ ਨਹੀਂ ਹੈ? ਹੁਣ ਰਾਇਲਸ ਕੌਣ ਹੈ ਜੀ? ਜੌਨ ਰਾਇਲਸ ਹੁੰਦਾ ਸੀਗਾ, ਇਹਦੀ ਬੁੱਕ ਸੀ ਸ਼ਾਇਦ ਇਹ ਜਸਟਿਸ ਹੈ ਜਾਂ ਕੁਛ ਕਰਕੇ ਨਾਮ ਸੀ ਬੁੱਕ ਦਾ ਉਹਦਾ।
ਉਹ ਕੀ ਕਹਿੰਦਾ ਸੀ ਉਸ ਬੁੱਕ ਦੇ ਵਿੱਚ, ਉਹਨੇ ਰਾਇਲਸ ਨੇ, ਜੌਨਸ ਰਾਇਲਸ ਨੇ ਕੀ ਕਿਹਾ ਸੀਗਾ? ਕਹਿੰਦਾ ਬਾਜ਼ਾਰ ਸਦਾ ਚੰਗਾ ਸਮਾਨ ਤੇ ਚੰਗੇ ਲੋਕਾਂ ਨੂੰ ਚੰਗੇ ਢੰਗ ਨਾਲ ਦਿੰਦੇ ਹਨ। ਹਨਾ, ਬਾਜ਼ਾਰ ਸਦਾ ਚੰਗਾ ਸਮਾਨ ਤੇ ਸੇਵਾ ਲੋਕਾਂ ਨੂੰ ਚੰਗੇ ਢੰਗ ਨਾਲ ਦਿੰਦੇ ਹਨ। ਹਰ ਕਿਸੇ ਨੂੰ ਉਸਦੀ ਯੋਗਤਾ ਤੇ ਜ਼ਰੂਰਤ ਅਨੁਸਾਰ ਦਿਓ। ਨਿਆਂ ਨਾਲ ਹਮੇਸ਼ਾ ਸਭ ਨੂੰ ਸਮਾਨਤਾ ਮਿਲਣੀ ਚਾਹੀਦੀ ਹੈ। ਵੰਡਣ ਦੀ ਪ੍ਰਕਿਰਿਆ ਵੀ ਸਭ ਤੋਂ ਵੱਧ ਲਾਭ ਸਮਾਜ ਦੇ ਤਰਸਯੋਗ ਵਰਗ ਨੂੰ ਹੋਣਾ ਚਾਹੀਦਾ। ਤਾਂ ਇਹ ਜੌਨਸ ਰਾਇਲਸ ਦਾ ਵਿਚਾਰ ਸੀ ਬਈ ਇਹ, ਠੀਕ ਹੈ ਜੀ। ਆਨਸਰ ਸਾਡਾ ਕੀ ਆ ਗਿਆ ਜੀ 45 ਦਾ 4 ਆਨਸਰ ਆ ਗਿਆ। 46 ਨੰਬਰ ਕੁਐਸਚਨ ਦੇਖਦੇ, ਇਹਨਾਂ ਵਿੱਚੋਂ ਹੇਠਲੀਆਂ ਸਤਰਾਂ ਨੂੰ ਪੜ੍ਹੋ ਤੇ ਸਹੀ ਉੱਤਰ ਚੁਣਨਾ ਹੈ। ਠੀਕ ਹੈ ਜੀ। ਕਿਸੇ ਰਾਜ ਨੂੰ 68 ਨਿਰਵਾਚਨ ਖੇਤਰਾਂ ਦੇ ਵਿੱਚ, ਚੋਣ ਖੇਤਰਾਂ 'ਚ ਵੰਡਿਆ ਗਿਆ ਹੈਗਾ ਤੇ ਹਰ ਚੋਣ ਖੇਤਰ ਦੇ ਵਿੱਚੋਂ ਇੱਕ ਪ੍ਰਤੀਨਿਧੀ ਚੁਣਿਆ ਜਾਵੇਗਾ। ਉਸ ਪ੍ਰਤੀਨਿਧੀ ਨੂੰ ਕੀ ਕਿਹਾ ਜਾਵੇਗਾ? ਇਹਨੂੰ ਕਿਹਾ ਜਾਵੇਗਾ ਲੋਕ ਸਭਾ ਦਾ ਵਿਧਾਨ ਸਭਾ ਦਾ ਮੈਂਬਰ। ਕਿਉਂਕਿ ਰਾਜ ਨੂੰ ਵੰਡਿਆ ਗਿਆ, ਜੇ ਦੇਸ਼ ਨੂੰ ਵੰਡਿਆ ਜਾਂਦਾ ਫਿਰ ਅਸੀਂ ਉਹਨੂੰ ਲੋਕ ਸਭਾ ਦਾ ਮੈਂਬਰ ਕਹਿੰਦੇ। ਇਸ ਕਰਕੇ ਆਨਸਰ ਆਊਗਾ ਸਾਡਾ ਜੀ ਵਿਧਾਨ ਸਭਾ ਦਾ ਮੈਂਬਰ। ਠੀਕ ਹੈ ਜੀ। ਸ਼ਾਇਦ ਹੋ ਸਕਦਾ ਹੈ ਕੁਐਸਚਨ ਇਹਨਾਂ ਨੇ ਆਨਸਰ ਇਹਦਾ ਵਿਧਾਨ ਪਰਿਸ਼ਦ ਦਾ ਲਾਇਆ ਹੋਵੇ, ਪਰ ਅਸੀਂ ਵਿਧਾਨ ਪਰਿਸ਼ਦ ਨਹੀਂ ਮੰਨਾਂਗੇ ਇਹਨੂੰ ਅਸੀਂ ਬਈ। ਠੀਕ ਹੈ ਜੀ। 47 ਨੰਬਰ ਵਿਧਾਨ ਸਭਾ ਮੰਨਾਂਗੇ। 47 ਨੰਬਰ ਕੁਐਸਚਨ ਦੇਖੋ ਜੀ, 71 ਅਮੈਂਡਮੈਂਟ ਜਿਹੜੀ ਹੈ ਇਹ 1992 ਚ ਹੋਈ ਸੀਗੀ। ਇਹਦੇ ਤਹਿਤ ਸਾਡੇ 8th ਸ਼ੈਡਿਊਲ ਦੇ ਵਿੱਚ ਅਮੈਂਡਮੈਂਟ ਕੀਤਾ ਗਿਆ ਸੀ। ਇਹਦੇ ਵਿੱਚ ਸਾਡੀਆਂ ਕੁਝ ਭਾਸ਼ਾਵਾਂ ਹੋਰ ਜੁੜੀਆਂ ਗਈਆਂ ਸੀਗੀਆਂ। ਇਹਦੇ ਵਿੱਚ 3 ਭਾਸ਼ਾਵਾਂ ਜੁੜੀਆਂ ਗਈਆਂ ਸੀ। ਕਿਹੜੀਆਂ ਸੀ? ਕੋਂਕਣੀ, ਮਣੀਪੁਰੀ ਤੇ ਨੇਪਾਲੀ। ਸਿੰਧੀ ਚ ਨਹੀਂ ਜੁੜੀ ਗਈ ਸੀ। ਸਿੰਧੀ ਜੁੜੀ ਗਈ ਸੀ 1967 ਦੇ ਵਿੱਚ। ਠੀਕ ਹੈ ਜੀ। 21 ਅਮੈਂਡਮੈਂਟ ਜਿਹੜੀ ਸਾਡੀ ਹੋਈ ਸੀ ਉਹਦੇ ਤਹਿਤ ਜੁੜੀ ਗਈ ਇਹ। ਠੀਕ ਹੈ। ਤਾਂ 47 ਦਾ ਕੀ ਆਨਸਰ ਆ ਗਿਆ ਸਾਡਾ ਜੀ? ਕੀ ਆਨਸਰ ਆ ਗਿਆ। 48 ਨੰਬਰ ਕੁਐਸਚਨ ਦੇਖੋ ਜੀ, 1980 ਦੇ ਦਹਾਕੇ ਦੇ ਵਿੱਚ ਇੱਕ ਸੁਪਰੀਮ ਕੋਰਟ ਦੁਆਰਾ ਪਹਿਲ ਕੀਤੀ ਗਈ ਸੀ ਜਸਟਿਸ PN ਭਗਤ ਜੀ ਦੁਆਰਾ। ਠੀਕ ਹੈ। ਤਾਂ ਉਹ ਪਹਿਲ ਕੀ ਸੀ ਬਈ? ਜੋ ਨਿਆਂ ਨੂੰ ਵਧਾਉਣ ਦੇ ਹੱਕ ਵਿੱਚ ਸੀ ਉਹ ਕੀ ਸੀਗੀ? ਉਹ ਸੀ ਜਨਹਿਤ ਜਾਚਿਕਾ, ਜਿਹਨੂੰ ਅਸੀਂ ਬੋਲਦੇ PIL। ਠੀਕ ਹੈ। 49 ਨੰਬਰ ਕੁਐਸਚਨ ਦੇਖੋ, ਭਾਰਤ ਦਾ ਪ੍ਰਧਾਨ ਮੰਤਰੀ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਦੇ ਮੁਕਾਬਲੇ ਇੱਕ ਉੱਚ ਪਦ ਗ੍ਰਹਿਣ ਕਰਦਾ ਹੈ ਕਿਉਂਕਿ ਪ੍ਰਧਾਨ ਮੰਤਰੀ ਦਾ ਦਫ਼ਤਰ ਸੰਵਿਧਾਨ ਦੀ ਦੇਣ ਹੈ। ਪ੍ਰਧਾਨ ਮੰਤਰੀ ਪਦ ਤੋਂ ਹਟਾਉਣ ਦੀ ਪ੍ਰਕਿਰਿਆ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਤੋਂ ਵੱਧ ਮੁਸ਼ਕਿਲ ਹੈ। ਉਸ ਦਾ ਦਫ਼ਤਰ ਖਤਮ ਨਹੀਂ ਕੀਤਾ ਜਾ ਸਕਦਾ। ਉਹ ਸਭ ਤੋਂ ਵੱਡੇ ਲੋਕਤੰਤਰ ਦਾ ਮੁਖੀ ਸੀ। ਦੇਖੋ ਇਹ ਤਾਂ ਕੋਈ ਗੱਲ ਨਹੀਂ ਬਣੀ। ਠੀਕ ਹੈ। ਪ੍ਰਧਾਨ ਮੰਤਰੀ ਦਾ ਦਫ਼ਤਰ ਸੰਵਿਧਾਨ ਦੀ ਦੇਣ ਹੈ। ਠੀਕ ਹੈ ਜੀ। ਸੰਵਿਧਾਨ ਦੀ ਦੇਣ ਹੈ। ਇੰਗਲੈਂਡ ਦੇ ਵਿੱਚ ਜਿਹੜਾ ਸੰਵਿਧਾਨ ਹੈਗਾ ਉਹ ਇੰਗਲੈਂਡ ਦੀ ਸੰਸਦ ਤੋਂ ਉੱਪਰ ਨਹੀਂ ਹੈਗਾ। ਭਾਰਤ ਦੀ ਜਿਹੜੀ ਸੰਸਦ ਹੈ ਉਹ ਸਾਡੇ ਸੰਵਿਧਾਨ ਦੇ ਤਹਿਤ ਹੀ ਹੈ, ਜਾਂ ਪ੍ਰਧਾਨ ਮੰਤਰੀ ਸਾਡਾ ਉਹਦੇ ਤਹਿਤ ਹੈਗਾ। ਠੀਕ ਹੈ ਨਾ। ਪਰ ਇੰਗਲੈਂਡ ਦੇ ਵਿੱਚ ਜਿਹੜੀ ਉੱਥੋਂ ਦੀ ਸੰਸਦ ਹੈ ਉਹ ਜ਼ਿਆਦਾ ਸਟਰੋਂਗ ਹੈ ਕੰਪੈਰੀਟਿਵ ਟੂ ਉੱਥੋਂ ਦੇ ਸੰਵਿਧਾਨ ਦੇ ਮੁਕਾਬਲੇ। ਠੀਕ ਹੈ ਜੀ। ਉੱਥੇ ਦਾ ਸੰਵਿਧਾਨ ਇੰਨਾ ਜ਼ਿਆਦਾ ਸਟਰੋਂਗ ਨਹੀਂ ਹੈਗਾ। ਠੀਕ ਹੈ। ਭਾਰਤ ਦਾ ਸੰਵਿਧਾਨ ਜ਼ਿਆਦਾ ਸਟਰੋਂਗ ਹੈਗਾ। ਠੀਕ ਹੈ ਨਾ। ਇਸ ਕਰਕੇ ਭਾਰਤ ਦਾ ਪ੍ਰਧਾਨ ਮੰਤਰੀ ਵੀ ਠੀਕ ਹੈ ਜ਼ਿਆਦਾ ਸਟਰੋਂਗ ਹੈ ਕੰਪੈਰੀਟਿਵ ਟੂ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਦੇ ਮੁਕਾਬਲੇ। ਆਨਸਰ ਸਾਡਾ ਕੀ ਆ ਗਿਆ ਜੀ? ਸਾਡਾ ਫਸਟ ਆਨਸਰ ਆ ਗਿਆ ਇਹਦਾ। 50 ਨੰਬਰ ਕੁਐਸਚਨ ਦੇਖੋ ਜੀ ਕੀ ਕਹਿੰਦਾ, ਭਾਰਤੀ ਸਰਕਾਰ ਦੁਆਰਾ ਦਿੱਤੇ ਜਾਣ ਵਾਲੇ ਭਾਰਤ ਰਤਨ ਦੇ ਪਦਮ ਸ਼੍ਰੀ ਅਵਾਰਡ ਜਿਹੜੇ ਸਾਡੇ ਭਾਰਤ ਰਤਨ ਤੇ ਠੀਕ ਹੈ ਪਦਮ ਸ਼੍ਰੀ ਅਵਾਰਡ ਸ਼ਾਮਲ ਹਨ। ਤਾਂ ਸਾਡੇ ਵੈਸੇ ਤਾਂ ਉਪਾਧੀਆਂ ਦਾ ਖਾਤਮਾ ਕੀਤਾ ਗਿਆ ਹੈਗਾ, ਪਰ ਆਰਟੀਕਲ ਨੰਬਰ ਜਿਹੜਾ ਸਾਡਾ 18 ਹੈ ਇਹਦੇ ਵਿੱਚ ਕੁਝ ਅਵਾਰਡਸ ਦਿੱਤੇ ਜਾਂਦੇ ਨੇ, ਜਿਵੇਂ ਭਾਰਤ ਰਤਨ, ਸਾਡੇ ਪਦਮ ਸ਼੍ਰੀ, ਪਦਮ ਵਿਭੂਸ਼ਣ, ਪਦਮ ਭੂਸ਼ਣ ਅਵਾਰਡ ਦਿੱਤੇ ਜਾਂਦੇ ਨੇ। ਤਾਂ ਆਨਸਰ ਕੀ ਆ ਗਿਆ ਜੀ ਇਹਦਾ? 18 ਦਾ ਸਾਡਾ 50 ਦਾ ਆਨਸਰ ਕੀ ਆ ਗਿਆ ਜੀ? ਆਰਟੀਕਲ ਨੰਬਰ 18 ਆ ਗਿਆ ਦਾ ਆਨਸਰ। ਠੀਕ ਹੈ। ਅਗਲਾ ਕੁਐਸਚਨ ਦੇਖਦੇ ਹਾਂ ਕੀ ਕਹਿੰਦਾ ਹੈਗਾ। 51 ਨੰਬਰ ਕੁਐਸਚਨ ਦੇਖੋ ਕੀ ਕਹਿੰਦਾ। ਕਹਿੰਦਾ ਆਲੋਚਨਾਤਮਕ ਸਿੱਖਿਆ ਸ਼ਾਸਤਰ ਦੇ ਵਿੱਚ ਅਸੀਂ ਇਸ ਬਾਰੇ ਦੇਖ ਸਕਦੇ ਹਾਂ ਕਿ ਲੋਕਤੰਤਰੀ ਜੀਵਨ ਦਾ ਇੱਕ ਪੱਖ ਕਿਵੇਂ ਸਮਝਿਆ ਜਾ ਸਕਦਾ ਹੈ। ਸਿੱਖਿਆਰਥੀ, ਇਹ ਹੁਣ SST ਪੈਡਾਗੋਗੀ ਦੇ ਕੁਐਸਚਨ ਸ਼ੁਰੂ ਹੋ ਜਾਂਦੇ ਨੇ ਇੱਥੋਂ। ਤਾਂ ਲੋਕਤੰਤਰੀ ਜੀਵਨ ਦਾ ਇੱਕ ਪੱਖ ਕਿਵੇਂ ਸਮਝਿਆ ਜਾ ਸਕਦਾ ਹੈ, ਸਿੱਖਿਆਰਥੀ ਤੇ ਇਸ ਦਾ ਪ੍ਰਭਾਵ। ਠੀਕ ਹੈ। ਆਲੋਚਨਾਤਮਕ ਸਿੱਖਿਆ ਸ਼ਾਸਤਰ ਦੀ ਗੱਲ ਕਰਦਾ। ਦੇਖੋ ਜਦੋਂ ਵੀ ਕਦੇ ਆਲੋਚਨਾਤਮਕ ਸਿੱਖਿਆ ਦੀ ਗੱਲ ਕੀਤੀ ਜਾਂਦੀ ਤਾਂ ਉਹਦੇ ਵਿੱਚ ਕੀ ਹੁੰਦਾ ਹੈਗਾ, ਜੇ ਤੁਹਾਡੀ ਇੱਕ ਐਬਿਲਿਟੀ ਇਸ ਪ੍ਰਕਾਰ ਦੀ ਵਿਕਸਿਤ ਹੁੰਦੀ ਹੈ ਵੀ ਤੁਸੀਂ ਕਿਸੇ ਵੀ ਚੀਜ਼ ਦਾ ਜਿਹੜਾ ਪੱਖ ਹੈ ਉਹ ਆਲੋਚਨਾਤਮਕ ਤਰੀਕੇ ਨਾਲ ਸਮਝਦੇ ਹੋਗੇ। ਇਹਦਾ ਮਤਲਬ ਕੀ ਹੈ ਕਿ ਤੁਹਾਡੇ ਅੰਦਰ ਫੈਸਲੇ ਲੈਣ ਦੀ ਯੋਗਤਾ ਉਪਜਦੀ ਹੈ। ਉਹ ਆਦਰ ਕਰਦਾ ਨਹੀਂ ਆਊਗਾ, ਪਸੰਦ ਹਨਾ ਆਪਣੀ ਪਸੰਦ ਕਿਵੇਂ ਬਣਾਉਂਦੇ ਹਨ, ਉਹ ਕਿਸ ਤਰ੍ਹਾਂ ਉਹਨਾਂ ਵਿੱਚ ਆਪਣੇ ਫੈਸਲੇ ਲੈਣ ਦੀ ਯੋਗਤਾ ਉਪਜਦੀ ਹੈ। ਜੇ ਤੁਸੀਂ ਕਿਸੇ ਚੀਜ਼ ਨੂੰ ਆਲੋਚਨਾਤਮਕ ਦ੍ਰਿਸ਼ਟੀ ਤੋਂ ਦੇਖਦੇ ਹੋ ਤਾਂ ਮਤਲਬ ਕੀ ਹੈ ਵੀ ਤੁਸੀਂ ਆਪਣੇ ਫੈਸਲੇ ਖੁਦ ਲੈ ਸਕਦੇ। ਤੁਸੀਂ ਜਦੋਂ ਉਸ ਚੀਜ਼ ਦਾ ਨੈਗੇਟਿਵ ਤੇ ਪੋਜ਼ਿਟਿਵ ਪੱਖ ਦੋਨੋਂ ਦੇਖੋਗੇ ਨਾ, ਇਹਦਾ ਮਤਲਬ ਤੁਹਾਡੇ ਅੰਦਰ ਆਲੋਚਨਾਤਮਕ ਪੱਖ ਵਿਕਸਿਤ ਹੋ ਜਾਏਗਾ। ਠੀਕ ਹੈ ਨਾ। ਇਸ ਕਰਕੇ 51 ਦਾ ਆਨਸਰ ਆ ਗਿਆ, 3rd ਆਨਸਰ ਆ ਗਿਆ। 52 ਨੰਬਰ ਕੁਐਸਚਨ ਦੇਖਦੇ ਕੀ ਕਹਿੰਦਾ। ਕਹਿੰਦਾ ਸਮਾਜਿਕ ਵਿਗਿਆਨ ਨੂੰ ਇੱਕ ਵਿਸ਼ਾ ਕਿਵੇਂ ਮੰਨਿਆ ਜਾ ਸਕਦਾ ਹੈ। ਇਹ ਸਮਾਜ ਦੇ ਵੱਖਰੇ ਸੰਬੰਧਾਂ ਨੂੰ ਦਰਸਾਉਂਦਾ ਹੈ। ਇਹ ਆਪਣਾ ਆਧਾਰ ਸਮਾਜ ਸ਼ਾਸਤਰ ਦੇ ਵਿਗਿਆਨ ਤੋਂ ਲੈਂਦਾ ਹੈ। ਠੀਕ ਹੈ। ਇਹ ਉੱਚ ਲਾਭ ਵਾਲਾ ਵਿਸ਼ਾ ਸਮਝਿਆ ਜਾਂਦਾ ਹੈ। ਪ੍ਰਕਿਰਤਿਕ ਵਿਗਿਆਨ ਦੇ ਸਮਾਨ ਇਸ ਨੂੰ ਮਹੱਤਵ ਦਿੱਤਾ ਜਾਂਦਾ ਹੈ। ਇਹ ਆਲੋਚਨਾਤਮਕ ਹੁਨਰ ਦਿੰਦਾ ਹੈ। ਦੇਖੋ ਠੀਕ ਹੈ ਜੀ। ਤਾਂ ਹੁਣ ਆਨਸਰ ਤੁਹਾਨੂੰ ਲੱਗ ਗਿਆ ਹੋਣਾ, ਪੁਰਾਣੇ ਕੁਐਸਚਨ ਦਾ ਆਈਡੀਆ ਹੋ ਗਿਆ ਹੋਣਾ। ਠੀਕ ਹੈ ਜੀ। ਤਾਂ ਕਿ ਵਿਅਕਤੀ ਆਪਣੇ ਆਪ ਨੂੰ ਇੱਕ ਦੂਸਰੇ ਤੇ ਵਧਦੀ ਹੋਈ ਨਿਰਭਰਤਾ ਦੇ ਨਾਲ ਦੁਨੀਆ ਦੇ ਅਨੁਕੂਲ ਢਾਲ ਲਵੇ, ਜਿਸ ਨਾਲ ਉਸਦੀ ਸਮਾਜਿਕ ਤੇ ਰਾਜਨੀਤਿਕ ਸੱਚਾਈਆਂ ਨੂੰ ਸਮਝ ਸਕਣ ਦੀ ਯੋਗਤਾ ਵਿਕਸਿਤ ਹੋ ਸਕਦੀ ਹੈ। ਠੀਕ ਹੈ ਜੀ। ਇਸ ਤਰੀਕੇ ਨਾਲ ਅਸੀਂ ਵਿਗਿਆਨ ਨੂੰ ਇੱਕ ਵਿਸ਼ਾ, ਸਮਾਜਿਕ ਵਿਗਿਆਨ ਇੱਕ ਮਹੱਤਵਪੂਰਨ ਵਿਸ਼ਾ ਜਿਹੜਾ ਉਹ ਮੰਨ ਸਕਦੇ ਹਾਂ। 53 ਨੰਬਰ ਕੁਐਸਚਨ ਦੇਖਦੇ ਹਾਂ ਕੀ ਕਹਿੰਦਾ ਹੈਗਾ। ਸਮਾਜਿਕ ਵਿਗਿਆਨ ਦੀਆਂ ਪੁਸਤਕਾਂ ਭਾਰਤ ਦੇ ਵਿੱਚ ਹੌਲੀ ਹੌਲੀ ਜੁੜ ਰਹੀਆਂ ਹਨ। ਦੇਖੋ ਇਹ ਕੁਐਸਚਨ ਕੋਈ ਵਾਲਾ ਵਧੀਆ ਨਹੀਂ ਉਸ ਤਰੀਕੇ ਨਾਲ ਬਣਾਇਆ ਹੋਇਆ, ਪਰ ਚਲੋ ਫਿਰ ਵੀ ਆਪਾਂ ਕਰਦੇ ਹਾਂ ਇਹਨੂੰ।
ਠੀਕ ਹੈ ਜੀ, ਹੌਲੀ ਹੌਲੀ ਜੁੜ ਰਹੀਆਂ ਨੇਗੀਆਂ। ਇਹ ਕਹਿੰਦਾ ਜੀ ਬਹੁ ਅਨੁਸ਼ਾਸਨਿਕ ਪਹੁੰਚ ਕਰਕੇ ਕੇਂਦਰੀ ਵਿਚਾਰ ਅਨੁਸਾਰ ਹੀ ਸਮੋਇਆ ਸਮਾਜ ਦਾ ਬਹੁ ਸੰਖਿਅਕ ਵਰਗ ਜੋ ਲਕੀਰ ਦਾ ਫਕੀਰ ਉਹਨਾਂ ਬਾਰੇ ਧਿਆਨ ਕੇਂਦਰਿਤ ਕਰਨਾ। ਠੀਕ ਹੈ ਜੀ, ਆਨਸਰ ਇਹਦਾ ਕੀ ਆਊਗਾ ਜੀ, ਸਾਡਾ 3 ਆਊਗਾ ਆਨਸਰ ਇਹਦਾ। ਠੀਕ ਹੈ ਜੀ, ਕੋਈ ਬਾਲੀ ਸਮਝ ਵਾਲਾ ਕੁਐਸਚਨ ਨਹੀਂ ਸੀਗਾ, ਇਸ ਕਰਕੇ ਮੈਂ ਤੁਹਾਨੂੰ ਬਾਹਲਾ ਡਿਟੇਲ ਦੇ ਵਿੱਚ ਨਹੀਂ ਲੈ ਕੇ ਜਾਊਂਗਾ ਇਸ ਕੁਐਸਚਨ ਦੇ ਉੱਪਰ, ਤੁਸੀਂ ਬਸ ਸਿਰਫ ਆਨਸਰ ਨੂੰ ਦੇਖ ਲਿਓ। 47 ਨੰਬਰ ਕੁਐਸਚਨ ਦੇਖਦੇ ਹਾਂ ਕੀ ਕਹਿੰਦਾ ਹੈਗਾ, ਸੌਰੀ 47 ਨਹੀਂ 54 ਨੰਬਰ ਕੁਐਸਚਨ ਦੇਖਦੇ ਹਾਂ ਕਿ ਭੂਗੋਲ ਸ਼ਾਸਤਰ ਨਕਸ਼ਿਆਂ ਦੇ ਆਧਾਰ ਤੇ ਜਾਣਕਾਰੀ ਇਕੱਠੀ ਕਰਨ ਦਾ ਤਰੀਕਾ ਹੈ ਜੋ ਆਪਣੇ ਆਪ ਨੂੰ ਕੇਂਦਰਿਤ ਕਰਨ ਦੇ ਵਿੱਚ ਫੇਲ ਹੋ ਰਿਹਾ ਹੈ, ਉਹ ਮੁੱਦੇ ਕੀ ਹਨ। ਠੀਕ ਹੈ, ਜਿਵੇਂ ਹੁਣ ਨਕਸ਼ਿਆਂ ਦੇ ਆਧਾਰ ਤੇ ਜਾਣਕਾਰੀ ਇਕੱਠੀ ਕਰਨ ਦਾ ਤਰੀਕਾ ਹੈ ਭੂਗੋਲ ਸ਼ਾਸਤਰ, ਤੇ ਇਹਦੇ ਵਿੱਚ ਕੀ ਹੈ ਬਈ ਨਕਸ਼ਿਆਂ ਦਾ ਸਮਾਜਿਕ ਸੰਦਰਭ, ਇਹਦੇ ਵਿੱਚ ਅਸੀਂ ਫੇਲ ਹੋਏ ਹੈਗੇ। ਠੀਕ ਹੈ ਨਾ, ਸੁਧਾਰ ਇਸ ਨੂੰ ਸਮਾਜਿਕ ਸੰਦਰਭ ਦੇ ਨਾਲ ਜੋੜਨ ਦੇ ਵਿੱਚ ਅਸੀਂ ਫੇਲ ਹੋਏ, ਇਸ ਕਰਕੇ ਆਨਸਰ ਸਾਡਾ ਕੀ ਬਣ ਗਿਆ ਜੀ 54 ਦਾ ਫਸਟ ਆਨਸਰ ਆ ਗਿਆ ਇਹਦਾ। 55 ਨੰਬਰ ਕੁਐਸਚਨ ਦੇਖਦੇ ਹਾਂ ਕੀ ਕਹਿੰਦਾ ਹੈਗਾ, ਕਹਿੰਦਾ ਸਮਾਜਿਕ ਵਿਗਿਆਨ ਦੀ ਜਮਾਤ ਦੇ ਵਿੱਚ ਪ੍ਰਭਾਵਸ਼ਾਲੀ ਅਭਿਆਸ ਜੁੜਿਆ ਹੋਵੇਗਾ, ਕਿਵੇਂ ਜੁੜਿਆ ਹੋਵੇਗਾ। ਠੀਕ ਨਹੀਂ, ਤਾਂ ਪਹਿਲਾਂ ਦਿੱਤੇ ਗਿਆਨ ਨੂੰ ਦੁਹਰਾਉਣਾ, ਤੁਸੀਂ ਸੋਚਣਾ, ਦੁਬਾਰਾ ਸੋਚਣਾ ਕਿ ਤੁਸੀਂ ਪੜ੍ਹਾਈ ਤੇ ਸਿੱਖਣ ਦੀ ਪਰਖ ਕਿਵੇਂ ਕਰ ਸਕਦੇ ਹੋ, ਨਵੇਂ ਸਿਰੇ ਤੋਂ ਸੋਚਣਾ ਕਿ ਬੱਚੇ ਵਿਗਿਆਨ ਸਮਾਜਿਕ ਵਿਗਿਆਨ ਕਿਵੇਂ ਸਿੱਖਦੇ ਹਨ, ਦੁਬਾਰਾ ਸੋਚਣਾ ਕਿ ਵਿਗਿਆਨ ਦੇ ਵਿਸ਼ੇ ਦੇ ਗਿਆਨ ਦਾ ਇਸਤੇਮਾਲ ਤੇ ਇਸ ਨੂੰ ਵਧਾਇਆ ਕਿਵੇਂ ਜਾ ਸਕਦਾ ਹੈ। ਤਾਂ ਦੇਖੋ ਪ੍ਰਭਾਵਸ਼ਾਲੀ ਜਿਹੜਾ ਅਭਿਆਸ ਹੁੰਦਾ ਹੈਗਾ, ਹੁਣ ਅਭਿਆਸ ਦਾ ਮਤਲਬ ਕੀ ਹੈਗਾ ਵੀ ਜੇ ਅਸੀਂ ਕਿਸੇ ਚੀਜ਼ ਨੂੰ ਬਾਰ-ਬਾਰ ਦੁਹਰਾਵਾਂਗੇ ਤਾਂ ਉਹ ਸਾਡਾ ਗਿਆਨ ਜਿਹੜਾ ਚਿਰਸਥਾਈ ਹੋ ਜਾਂਦਾ ਹੈ, ਇਸ ਕਰਕੇ ਆਨਸਰ ਕੀ ਆਊਗਾ ਸਾਡਾ ਜੀ ਫਸਟ ਆਨਸਰ ਆਊਗਾ ਇਹਦਾ। ਐਕਚੁਅਲੀ 56 ਨੰਬਰ ਕੁਐਸਚਨ ਦੇਖੋ ਜੀ, ਹੇਠ ਲਿਖੇ ਵਿਚਾਰਾਂ ਵਿੱਚੋਂ ਕਿਹੜਾ ਸਮਾਜਿਕ ਵਿਗਿਆਨ ਦੀ ਪਰਖ ਲਈ ਸਹੀ ਹੈ। ਤਾਂ 56 ਦਾ ਕੀ ਆਊਗਾ ਵੀ ਦੇਖੋ, ਸਿੱਖਿਆਰਥੀ ਉਹਨਾਂ ਸਰੋਤਾਂ ਦੀ ਖੋਜ ਕਰੇ ਜਿਹੜੇ ਇੱਕ ਦੂਜੇ ਨਾਲ ਸੰਬੰਧਿਤ ਹਨ, ਬੀਤਿਆ ਸਮਾਂ ਸਾਡੇ ਕੋਲ ਅਟਲ ਸੱਚਾਈ ਦੇ ਰੂਪ ਦੇ ਵਿੱਚ ਆਉਂਦਾ ਹੈ, ਸਮਾਜਿਕ ਵਿਗਿਆਨੀਆਂ ਦੁਆਰਾ ਦਿੱਤੀ ਗਈ ਵਿਆਖਿਆ ਹਮੇਸ਼ਾ ਉਦੇਸ਼ਾਤਮਕ ਹੁੰਦੀ ਹੈ, ਸਮਾਜਿਕ ਵਿਗਿਆਨੀ ਲਈ ਖੋਜ ਦਾ ਖਜ਼ਾਨਾ ਉਹਨਾਂ ਨਿਰਣਿਆਂ ਦੇ ਨਾਲ ਜੁੜਿਆ ਹੋਣਾ ਚਾਹੀਦਾ ਹੈ ਜਿਸ ਲਈ ਉਸਨੇ ਪਹਿਲਾਂ ਸਮਾਂ ਲਾਇਆ ਹੈ। ਠੀਕ ਹੈ ਜੀ, ਹੁਣ ਦੇਖੋ ਸਮਾਜਿਕ ਵਿਗਿਆਨ ਦੀ ਪਰਖ ਲਈ ਇਹਨਾਂ ਵਿੱਚੋਂ ਕੀ ਸਹੀ ਹੈ, ਇਹਦਾ ਆਨਸਰ ਹੋਊਗਾ ਜਿਹੜਾ 4th ਆਨਸਰ। ਕੀ ਕਹਿੰਦਾ ਇਹਨਾਂ ਵਿੱਚੋਂ ਖੋਜ ਦਾ ਖਜ਼ਾਨਾ ਜਿਹੜਾ ਉਹਨੇ ਲੱਭਿਆ ਹੈਗਾ, ਠੀਕ ਹੈ ਜੀ, ਉਹ ਕਹਿੰਦਾ ਉਹਨਾਂ ਦੇ ਨਾਲ ਜੁੜਿਆ ਹੋਣਾ ਚਾਹੀਦਾ ਹੈ ਜਿਸ ਲਈ ਉਸਨੇ ਪਹਿਲਾਂ ਸਮਾਂ ਲਗਾਇਆ ਹੈ। ਠੀਕ ਹੈ ਜੀ, ਅਗਲਾ ਕੁਐਸਚਨ ਦੇਖਦੇ ਹਾਂ 57 ਨੰਬਰ ਕੁਐਸਚਨ, ਜੈਂਡਰ ਦੀ ਗੱਲ ਕਰਦਾ ਇਹ, ਇਹਨਾਂ ਵਿੱਚੋਂ ਕਿਹੜਾ ਵਿਚਾਰ ਗ੍ਰਹਿਣਯੋਗ ਨਹੀਂ ਹੈ। ਕਹਿੰਦਾ ਜੈਂਡਰ ਜੈਵਿਕ ਬਣਾਵਟ ਦਾ ਹਿੱਸਾ ਹੈ। ਠੀਕ ਹੈ ਜੀ, ਇੱਕ ਸੈਕਸ ਹੁੰਦਾ, ਇੱਕ ਜੈਂਡਰ ਹੁੰਦਾ, ਤਾਂ ਜੈਂਡਰ ਦੇਖੋ ਜੈਵਿਕ ਨਹੀਂ ਹੈਗਾ ਇਹ। ਠੀਕ ਹੈ ਜੀ, ਜੈਂਡਰ ਦਾ ਇੱਕ ਸੋਸ਼ਲ ਕੰਸਟਰਕਟ ਹੈਗਾ, ਸਮਾਜਿਕ ਘਾੜਾ ਇੱਕ ਇਹ। ਜੈਂਡਰ ਵਿਸ਼ੇਸ਼ਤਾਵਾਂ ਦਾ ਕ੍ਰਮ ਹੈ ਜੋ ਮਰਦਾਂ ਤੇ ਪੁਰਸ਼ਾਂ ਦੇ ਵਿਚਕਾਰ ਭੇਦ ਦੱਸਦਾ ਹੈ। ਠੀਕ ਹੈ ਜੀ, ਇਸ ਆਧਾਰ ਤੇ ਇਸਤਰੀ ਤੇ ਲਿੰਗ ਤੇ ਪੁਲਿੰਗ ਦੇ ਗੁਣ ਦੱਸੇ ਜਾਂਦੇ ਹਨ। ਜੈਂਡਰ ਸਮਾਜਿਕ ਬਣਾਵਟ ਹੈ, ਇਹ ਵੀ ਠੀਕ ਹੈ ਗੱਲ ਇਹ। ਜੈਂਡਰ ਦਾ ਸੰਬੰਧ ਇਸ ਗੱਲ ਦੀ ਮੰਗ ਕਰਦਾ ਹੈ ਕਿ ਔਰਤਾਂ ਬਾਰੇ ਦ੍ਰਿਸ਼ਟੀਕੋਣ ਅੱਜ ਦੇ ਸੰਦਰਭ ਵਿੱਚ ਵਿਚਾਰਿਆ ਜਾਵੇ, ਇਹ ਵੀ ਗੱਲ ਠੀਕ ਹੈ ਬਈ। ਠੀਕ ਹੈ ਨੇ, ਤਾਂ ਆਨਸਰ ਕੀ ਆ ਗਿਆ ਜੀ ਫਸਟ ਆਨਸਰ ਆ ਗਿਆ 57 ਦਾ, ਜੈਂਡਰ ਇੱਕ ਜੈਵਿਕ ਬਣਾਵਟ ਦਾ ਹਿੱਸਾ ਹੈ। ਨੈਕਸਟ 58 ਨੰਬਰ ਕੁਐਸਚਨ ਦੇਖੋ ਜੀ, ਕੀ ਕਹਿੰਦਾ ਸਮਾਜਿਕ ਵਿਗਿਆਨ ਦੇ ਵਿੱਚ ਕੋਈ ਸਿੱਖਿਆ ਸ਼ਾਸਤਰ ਦੀ ਰਣਨੀਤੀ ਜ਼ਰੂਰੀ ਹੈ, ਕੋਈ ਸਿੱਖਿਆ ਸ਼ਾਸਤਰ ਦੀ ਰਣਨੀਤੀ ਜ਼ਰੂਰੀ ਹੈ। ਕੀ ਰਣਨੀਤੀ ਜ਼ਰੂਰੀ ਇਹਦੇ ਵਿੱਚ ਹੋਣੀ ਚਾਹੀਦੀ ਹੈ, ਸਿੱਖਿਆਰਥੀ ਨੂੰ ਵਾਤਾਵਰਣ ਦਾ ਗਿਆਨ ਪ੍ਰਾਪਤ ਕਰਨ ਦੇ ਵਿੱਚ ਮਦਦ ਦੇਵੇ, ਜਿੱਥੇ ਅਧਿਆਪਕ ਦਾ ਭਾਸ਼ਣ ਲਗਾਤਾਰ ਵਧੇਰੀ ਜਾਣਕਾਰੀ ਦੇਵੇ। ਭਾਸ਼ਣ ਦੀ ਇੱਥੇ ਕੋਈ ਗੱਲ ਨਹੀਂ ਹੋ ਸਕਦੀ ਬਈ। ਵਿਦਿਆਰਥੀਆਂ ਲਈ NCERT ਪਾਠ ਪੁਸਤਕਾਂ ਦੀ ਜਾਣਕਾਰੀ ਹੀ ਜਾਣਕਾਰੀ ਰੂਪ ਵਿੱਚ ਵਰਤੀਆਂ ਜਾਣ, ਕੋਈ ਜ਼ਰੂਰੀ ਹੁੰਦਾ ਵੀ ਜਾਣਕਾਰੀ ਇਕੱਲੀ NCERT ਤੋਂ ਮਿਲਦੀ ਹੈ। ਸਮਾਜਿਕ ਸੱਚ ਦੀ ਉਸਾਰੀ ਸਮਰੂਪ ਹੀ ਉਸਾਰੀ, ਹੁਣ ਦੇਖੋ ਕੁਐਸਚਨ ਨਾ ਇਹਨਾਂ ਨੇ NCERT ਦੀ ਜਿਹੜੀਆਂ CDET ਵਗੈਰਾ ਦੇ ਕੁਐਸਚਨ ਉੱਥੋਂ ਲਏ ਹੋਏ ਨੇਗੇ, ਇਸ ਕਰਕੇ ਨਾ ਤੁਸੀਂ CDET ਦੇ ਜਿਹੜੇ ਕੁਐਸਚਨ ਆਏ ਹੋਏ ਨੇ ਪਹਿਲਾਂ ਐਗਜ਼ਾਮ ਵਿੱਚ ਉਹਨਾਂ ਨੂੰ ਵੀ ਰਿਵੀਜ਼ਨ ਕਰ ਲਿਆ ਕਰੋ। ਸਮਾਜਿਕ ਸੱਚ ਦੀ ਉਸਾਰੀ ਸਮਰੂਪ ਹੀ ਉਸਾਰੀ ਜਾਵੇ, ਵਿਦਿਆਰਥੀ ਦੇ ਆਪਣੇ ਤਜਰਬੇ ਦੇ ਆਧਾਰ ਤੇ ਹੀ ਨਵੀਆਂ ਸੰਭਾਵਨਾਵਾਂ ਸਿਰਜੀਆਂ ਜਾਣ। ਠੀਕ ਹੈ ਜੀ, ਇਹਦੇ ਵਿੱਚ ਕੀ ਹੈ ਵੀ ਸਿੱਖਿਆ ਸ਼ਾਸਤਰ ਦੀ ਰਣਨੀਤੀ ਇਹ ਵੀ ਹੋਣੀ ਚਾਹੀਦੀ ਹੈ ਵੀ ਜਿਹੜਾ ਵਿਦਿਆਰਥੀ ਹੈਗਾ, ਜਿਹੜੇ ਉਹਨੂੰ ਆਪਣੇ ਐਕਸਪੀਰੀਅੰਸ ਹੁੰਦੇ ਨੇਗੇ, ਉਹਦੇ ਆਧਾਰ ਦੇ ਵੀ ਉੱਪਰ ਵੀ ਨਵੀਆਂ ਸਿਰਜਣਾਵਾਂ ਜਿਹੜੀਆਂ ਨੇ ਉਹ ਸਿਰਜਣੀਆਂ ਚਾਹੀਦੀਆਂ ਨੇਗੀਆਂ। ਠੀਕ ਹੈ ਜੀ, ਜਿਹੜਾ ਕੁਝ ਬੱਚੇ ਨੇ ਸਿੱਖਿਆ ਹੈਗਾ ਤਾਂ ਉਹਨੂੰ ਇੱਕ ਸਾਡੇ ਸਿੱਖਣ ਸੰਦਰਭ ਦੇ ਰੂਪ ਦੇ ਵਿੱਚ ਲਿਆ ਜਾਣਾ ਚਾਹੀਦਾ ਹੈ, ਤਾਂ ਸਿੱਖਿਆ ਸ਼ਾਸਤਰ ਦੀ ਰਣਨੀਤੀ ਹੋਣੀ ਚਾਹੀਦੀ ਹੈ ਬਈ। 59 ਨੰਬਰ ਕੁਐਸਚਨ ਦੇਖੋ ਜੀ, ਸੈਕੰਡ ਲਾਸਟ ਕੁਐਸਚਨ ਕੀ ਕਹਿੰਦਾ ਹੈਗਾ ਇਹ, ਕਿਹੜਾ ਸੰਦ ਸਮਾਜਿਕ ਵਿਗਿਆਨ ਦੇ ਸਿੱਖਿਆ ਸੰਬੰਧੀ ਖੇਤਰ ਦਾ ਨਿਰਣਾ ਕਰਨ ਦੇ ਲਈ ਇਸਤੇਮਾਲ ਨਹੀਂ ਹੁੰਦਾ। ਹੁਣ ਕਈ ਵਾਰ ਨਾ ਕੁਐਸਚਨ ਸਾਨੂੰ ਸਮਝ ਨਹੀਂ ਆਉਂਦੇ, ਉਹਦਾ ਕਾਰਨ ਕੀ ਹੁੰਦਾ ਸਮਝ ਨਾ ਆਉਣ ਦਾ, ਕਿਉਂਕਿ ਨਾ ਕੁਐਸਚਨ ਜਿਹੜੇ ਲਏ ਗਏ ਨੇ ਡਾਇਰੈਕਟ ਹਿੰਦੀ ਪੇਪਰਾਂ ਤੋਂ ਜਾਂ ਫਿਰ ਇੰਗਲਿਸ਼ ਪੇਪਰਾਂ ਤੋਂ ਲਏ ਜਾਂਦੇ, ਉਹਦੀ ਜਦੋਂ ਪੰਜਾਬੀ ਬਣਾਈ ਜਾਂਦੀ ਤਾਂ ਫਿਰ ਉਹ ਸਾਡੀ ਸਮਝ ਤੋਂ ਪਰੇ ਚਲਾ ਜਾਂਦਾ ਹੈਗਾ। ਤਾਂ ਇਹ 59 ਨੰਬਰ ਦੇਖੋ ਕੀ ਕਹਿੰਦਾ ਜੀ, ਕਹਿੰਦਾ ਕਿਹੜੇ ਸੰਦ ਸਮਾਜਿਕ ਵਿਗਿਆਨ ਦੇ ਸਿੱਖਿਆ ਸੰਬੰਧੀ ਖੇਤਰ ਦਾ ਨਿਰਣਾ ਕਰਨ ਦੇ ਲਈ ਇਸਤੇਮਾਲ ਜਿਹੜਾ ਉਹ ਨਹੀਂ ਹੁੰਦਾ ਬਈ। ਠੀਕ ਹੈ ਜੀ, ਤਾਂ ਜਵਾਨੀ ਪ੍ਰਸ਼ਨ ਹੈ, ਠੀਕ ਹੈ, ਪ੍ਰਸ਼ਨ ਪੇਪਰ ਹੈ, ਪ੍ਰੋਜੈਕਟ ਤੇ ਐਕਟੀਵਿਟੀ ਹੈ, ਪਾਠ ਪੁਸਤਕ ਨੂੰ ਉੱਚੀ ਬਣਨਾ, ਇਹ ਸਾਡੇ ਸਮਾਜਿਕ ਸਿੱਖਿਆ ਦੇ ਜਿਹੜਾ ਖੇਤਰ ਦਾ ਨਿਰਣਾ ਕਰਨ ਦੇ ਵਿੱਚ ਇਸਤੇਮਾਲ ਜਿਹੜਾ ਇਹ ਨਹੀਂ ਕੀਤਾ ਜਾਂਦਾ। ਲਾਸਟ ਕੁਐਸਚਨ ਆਇਆ ਇਹ, ਠੀਕ ਹੈ, ਕਹਿੰਦਾ ਸਮਾਜਿਕ ਵਿਗਿਆਨ ਵੀ ਤੱਥਾਂ ਦੇ ਆਧਾਰ ਤੇ ਹੇਠ ਲਿਖਿਆਂ ਦੇ ਵਿੱਚ ਅਸੀਂ ਕਿਸ ਨੂੰ ਸਾਬਿਤ ਕਰ ਸਕਦੇ ਹਾਂ। ਜਾਣਕਾਰੀ ਦਾ ਦੱਸਿਆ ਸਰੋਤ ਤੱਥ ਦੇ ਜਾਣਕਾਰੀ ਤੋਂ ਵੱਖਰਾ ਹੋਣਾ ਚਾਹੀਦਾ ਹੈ। ਸਰੋਤਾਂ ਬਾਰੇ ਵਿਧੀ ਪੂਰਵਕ ਤੇ ਤਕਨੀਕੀ ਆਧਾਰ ਤੇ ਗਿਆਨ ਪ੍ਰਾਪਤ ਕੀਤਾ ਜਾਵੇ। ਸਿੱਖਿਆਰਥੀ ਦੇ ਗਿਆਨ ਬਾਰੇ ਬਹੁਤ ਸਾਰੇ ਸਰੋਤਾਂ ਦੇ ਨਾਲ ਵਾਧਾ ਕਰਨਾ ਹੈਗਾ, ਬਿਨਾਂ ਕਰੇ ਬਹੁਤ ਸਾਰੇ ਸਰੋਤਾਂ ਨੂੰ ਛੱਡ ਦੇਣਾ ਹੈ। ਹੁਣ ਦੇਖੋ ਕੀ ਹੈ, ਜਿਹੜਾ ਸਾਡੀ ਜਾਣਕਾਰੀ ਦਾ ਸਰੋਤ ਹੈ ਨਾ,
ਉਹ ਤੱਤ ਤੇ ਜਾਣਕਾਰੀ ਤੋਂ ਅਲੱਗ ਵੀ ਹੋਵੇ ਤਾਂ ਉਹਦੇ ਨਾਲ ਸਾਡੀ ਜਾਣਕਾਰੀ ਸਥਾਈ ਹੋ ਜਾਂਦੀ ਹੈ। ਤਾਂ ਆਨਸਰ ਸਾਡਾ ਕੀ ਬਣੂਗਾ ਜੀ? ਫਸਟ, ਜਾਣਕਾਰੀ ਦਾ ਦੱਸਿਆ ਸਰੋਤ ਤੱਤ ਤੇ ਜਾਣਕਾਰੀ ਤੋਂ ਵੱਖਰਾ ਹੋਣਾ ਚਾਹੀਦਾ ਹੈਗਾ। ਠੀਕ ਹੈ, ਜਿਹੜੀ ਜਾਣਕਾਰੀ ਸਾਨੂੰ ਮਿਲਦੀ ਹੈਗੀ ਉਸ ਤੋਂ ਵੀ ਸਾਨੂੰ ਅਲੱਗ ਜਾਣਕਾਰੀ ਹੋਰ ਮਿਲਣੀ ਚਾਹੀਦੀ ਹੈ। ਇਸ ਕਰਕੇ ਅਸੀਂ ਇਹਦਾ ਆਨਸਰ ਕੀ ਲਾਵਾਂਗੇ ਜੀ? ਫਸਟ ਆਨਸਰ ਲਾਵਾਂਗੇ। ਅਸੀਂ ਤੁਹਾਡੀ ਅੱਜ ਦੀ ਕਲਾਸ ਇੰਪੋਰਟੈਂਟ ਕਲਾਸ ਹੈ, ਪੀਐਸ ਟੈਟ ਦੀ 2013 ਦੀ ਕਲਾਸ ਹੈਗੀ ਇਹ। ਠੀਕ ਹੈ ਨਹੀਂ, ਆਪਣਾ ਇੱਕ ਏਮ ਹੋਣਾ ਚਾਹੀਦਾ ਵੀ ਅਸੀਂ ਮਿਨੀਮਮ ਜਿਹੜਾ ਸਕੋਰ ਅਸੀਂ ਐਸਐਸਟੀ ਦੇ ਵਿੱਚੋਂ 40 ਪਲੱਸ ਕਰੀਏ, 45 ਕਰੀਏ, 50 ਸਕੋਰ ਤੱਕ ਅਸੀਂ ਕਰ ਸਕਦੇ ਹਾਂ, ਆਰਾਮ ਨਾਲ ਕਰ ਸਕਦੇ ਹਾਂਗੇ ਜੇ ਸਾਡੀ ਇੱਕ ਵਧੀਆ ਤਰੀਕੇ ਨਾਲ ਤਿਆਰੀ ਹੈਗੀ ਹੈ। ਠੀਕ ਹੈ ਨਾ, ਕਿਵੇਂ ਕਲਾਸ ਲੱਗਦੀ ਤੁਹਾਨੂੰ ਇਹ? ਠੀਕ ਹੈ ਨਾ, ਆਪਣੇ ਕਮੈਂਟ ਕਰਕੇ ਜਰੂਰ ਦੱਸਿਓ, ਸੁਜੈਸ਼ਨ ਆਪਣੇ ਜਰੂਰ ਦਿਆ ਕਰੋ ਕਲਾਸ ਦੇ ਬਾਰੇ, ਕਿਵੇਂ ਲੱਗ ਰਹੀ ਕਲਾਸ ਇਹ। ਚੈਨਲ ਦੇ ਉੱਪਰ ਨਵੇਂ ਆਏ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ, ਆਪਣੇ ਸਾਥੀ ਮਿੱਤਰਾਂ ਤੱਕ ਇਹਨੂੰ ਜਰੂਰ ਸ਼ੇਅਰ ਕਰ ਦਿਓ ਜੇ ਤੁਹਾਨੂੰ ਵਧੀਆ ਲੱਗਦੀ ਕਲਾਸਿਸ ਇਹ। ਠੀਕ ਹੈ ਨਾ, ਇਸੇ ਤਰ੍ਹਾਂ ਦੀ ਕਲਾਸਿਸ ਅਸੀਂ ਆਪਣੇ YouTube ਪਲੇਟਫਾਰਮ ਤੇ ਲੈ ਕੇ ਆਉਂਦੇ ਰਹਾਂਗੇ ਤੇ ਲੈ ਕੇ ਪਹਿਲਾਂ ਕਲਾਸਿਸ ਅਸੀਂ ਲਾਈਆਂ ਨੇ ਇਹਦੇ ਉੱਪਰ। ਠੀਕ ਹੈ ਨਾ, ਇਸ ਤੋਂ ਬਾਅਦ ਵੀ ਅਸੀਂ ਬਹੁਤ ਸਾਰੇ ਕੋਰਸਿਸ ਦੇ ਉੱਪਰ ਸ਼ੁਰੂ ਕਰਨ ਜਾ ਰਹੇ ਹਾਂਗੇ। ਠੀਕ ਹੈ ਨਾ, ਤੇ ਇਸ ਕਰਕੇ ਆਪਣੇ ਸਾਥੀ ਮਿੱਤਰਾਂ ਤੱਕ ਇਹਨੂੰ ਜਰੂਰ ਪਹੁੰਚਾ ਦਿਓ ਜੀ। ਤਾਂ ਮਿਲਦੇ ਹਾਂ ਫਿਰ ਇੱਕ ਨਵੀਂ ਕਲਾਸ ਦੇ ਨਾਲ, ਤਦ ਤੱਕ ਲਈ ਬਾਏ, ਥੈਂਕ ਯੂ।